ਹੈਲੋ ਫਰੈਂਡਸ, ਵੈਲਕਮ ਟੂ ਇਨ ਹਾਈ-ਫਾਈ ਜੀਕੇ ਗੁਰੂ ਜੀ YouTube ਚੈਨਲ। ਤੁਸੀਂ ਮੇਰੇ ਨਾਲ ਕਵਰ ਕਰ ਰਹੇ ਹੋ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀਆਂ ਆਲ ਕਲਾਸਿਸ ਦੀ ਹਿਸਟਰੀ, ਜਿਹੜੀ ਕਿ ਤੁਹਾਨੂੰ 6 ਤੋਂ ਲੈ ਕੇ +2 ਕਲਾਸ ਤੱਕ ਕਵਰ ਕਰਵਾ ਰਹੀ ਹਾਂ। ਇਹਦੇ ਵਿੱਚ ਅੱਜ ਆਪਾਂ +1 ਕਲਾਸ ਦਾ ਜਿਹੜਾ ਅਗਲਾ ਟੌਪਿਕ ਆ ਮੌਰੀਆ ਸਾਮਰਾਜ, ਉਹਦੇ ਬਾਰੇ ਪੜ੍ਹਾਂਗੇ। ਦੇਖੋ 6ਵੀਂ ਸਦੀ ਦੇ ਵਿੱਚ ਕੀ ਹੋਇਆ ਸੀ ਕਿ ਭਾਰਤ ਜਿਹੜਾ ਸੀ ਬਹੁਤ ਹੀ ਛੋਟੇ ਛੋਟੇ ਰਾਜਾਂ ਵਿੱਚ ਵੰਡਿਆ ਹੋਇਆ ਸੀਗਾ। ਠੀਕ ਆ, ਇਹਨਾਂ ਵਿਚਾਲੇ ਕੀ ਸੀਗਾ, ਆਪਣੀਆਂ ਸ਼ਕਤੀਆਂ ਨੂੰ ਲੈ ਕੇ ਆਪਸੀ ਲੜਾਈਆਂ ਹੁੰਦੀਆਂ ਰਹਿੰਦੀਆਂ ਸੀ, ਜਿਹਦੇ ਕਾਰਨ ਕੀ ਸੀਗਾ ਕਿ ਇਹ ਜਿਹੜੇ ਛੋਟੇ ਛੋਟੇ ਰਾਜ ਸੀ ਇਹ ਬਹੁਤ ਕਮਜ਼ੋਰ ਹੋ ਗਏ ਸੀ। ਇਸ ਚੀਜ਼ ਦਾ ਫਾਇਦਾ ਉਠਾ ਕੇ ਕੀ ਹੋਇਆ ਕਿ ਈਰਾਨ ਦੇ ਸ਼ਾਸਕਾਂ ਨੇ ਅਤੇ ਯੂਨਾਨ ਦੇ ਸ਼ਾਸਕਾਂ ਨੇ ਜਿਹੜਾ ਸੀਗਾ ਭਾਰਤ ਉੱਤੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਸੀਗੇ। ਠੀਕ ਆ, ਅਤੇ ਇਹਦੇ ਵਿੱਚ ਹੀ ਫਿਰ ਜਿਹੜਾ ਕੀ ਸੀਗਾ ਮੌਰੀਆ ਸਾਮਰਾਜ ਦਾ ਜਿਹੜਾ ਸੀ ਭਾਰਤ ਵਿੱਚ ਉਥਾਨ ਹੋ ਗਿਆ ਸੀ, ਜਿਹੜੀ ਸੀ ਮਤਲਬ ਆਪਾਂ ਕਹਿ ਦਈਏ ਕਿ ਇਤਿਹਾਸ ਵਿੱਚ ਇੱਕ ਮਹੱਤਵਪੂਰਨ ਘਟਨਾ ਮੰਨੀ ਜਾਂਦੀ ਆ। ਆਵਾਂ ਫਿਰ ਦੀ ਗੱਲ ਕਰੀ ਜਾਵੇ, ਠੀਕ ਆ, ਤਾਂ ਈਰਾਨ ਦਾ ਜਿਹੜਾ ਉਸ ਸਮੇਂ ਦਾ ਸ਼ਕਤੀਸ਼ਾਲੀ ਸ਼ਾਸਕ ਸੀਗਾ ਉਹ ਸੀਗਾ ਸਾਇਰਸ ਮਹਾਨ। ਉਹਨੇ ਕੀ ਸੀ, ਅਕਮੇਨੀਅਨ ਸਾਮਰਾਜ ਦੀ ਸਥਾਪਨਾ ਕੀਤੀ ਹੋਈ ਸੀ। ਉਹਨੇ 558 ਤੋਂ ਲੈ ਕੇ 530 ਈਸਵੀ ਪੂਰਵ ਤੱਕ ਜਿਹੜਾ ਸੀ ਸ਼ਾਸਨ ਕੀਤਾ ਸੀਗਾ। ਠੀਕ ਆ, ਅਤੇ ਨਾਲ ਹੀ ਨਾਲ ਕੀ ਸੀਗਾ, ਉਹਨੇ ਸਿੰਧ ਦੇ ਪੱਛਮ ਵਿੱਚ ਰਹਿਣ ਵਾਲੇ ਜਿਹੜੇ ਭਾਰਤੀ ਕਬੀਲੇ ਸੀ ਉਹਨਾਂ ਨੂੰ ਹਰਾ ਕੇ ਉਹਨਾਂ ਦੇ ਇਲਾਕਿਆਂ 'ਤੇ ਕਬਜ਼ਾ ਕਰ ਲਿਆ ਸੀ। ਬਟ ਕੀ ਹੋਇਆ ਸੀ ਕਿ ਉਹਦਾ ਇਹ ਸੁਪਨਾ ਜਿਹੜਾ ਸੀ ਪੂਰਾ ਨਹੀਂ ਹੋ ਸਕਿਆ ਸੀਗਾ, ਕਿਉਂਕਿ ਵਿੱਚ ਹੀ ਵੀ ਉਹਦੀ ਕੀ ਸੀ ਮੌਤ ਹੋ ਗਈ ਸੀਗੀ। ਠੀਕ ਆ, ਅਤੇ ਉਹਦਾ ਉੱਤਰਾਧਿਕਾਰੀ ਕੈਂਬੀਸਸ ਬਣ ਗਿਆ। ਉਹ 8 ਸਾਲਾਂ ਤੱਕ ਜਿਹੜਾ ਸੀ ਉਹਨੇ ਸ਼ਾਸਨ ਕੀਤਾ, ਬਟ ਉਹ ਕੀ ਸੀਗਾ ਆਪਣੇ ਰਾਜ ਦੀਆਂ ਘਰੇਲੂ ਸਮੱਸਿਆਵਾਂ ਵਿੱਚ ਉਲਝਿਆ ਰਿਹਾ ਸੀਗਾ, ਤਾਂ ਕਰਕੇ ਭਾਰਤ 'ਤੇ ਹਮਲਾ ਨਹੀਂ ਕਰ ਸਕਿਆ। ਕੈਂਬੀਸਸ ਤੋਂ ਬਾਅਦ ਉਹਦਾ ਉੱਤਰਾਧਿਕਾਰੀ ਬਣਿਆ ਡੇਰੀਅਸ ਪਹਿਲਾ। ਠੀਕ ਆ, ਉਹ ਜਦੋਂ ਈਰਾਨ ਦੀ ਰਾਜਗੱਦੀ 'ਤੇ ਬੈਠਿਆ ਤਾਂ ਉਹ ਕੀ ਸੀਗਾ, ਇੱਕ ਮਹਾਨ ਜੇਤੂ ਸ਼ਾਸਕ ਸੀਗਾ। ਉਹਨੇ 552 ਤੋਂ ਲੈ ਕੇ 486 ਈਸਵੀ ਤੱਕ ਆਪਣਾ ਸ਼ਾਸਨ ਕੀਤਾ ਸੀਗਾ। ਅਤੇ ਇਹਨੇ ਹੀ ਡੇਰੀਅਸ ਪਹਿਲੇ ਨੇ 516 ਈਸਵੀ ਵਿੱਚ ਭਾਰਤ ਦੇ ਉੱਤਰ ਪੱਛਮੀ ਖੇਤਰਾਂ 'ਤੇ ਹਮਲਾ ਕਰਕੇ ਪੰਜਾਬ ਹੋ ਗਿਆ, ਠੀਕ ਆ, ਸਿੰਧ ਨਦੀ ਦੇ ਪੱਛਮੀ ਇਲਾਕੇ ਹੋ ਗਏ, ਤੋਂ ਬਿਨਾਂ ਸਿੰਧ ਦਾ ਇਲਾਕਾ ਹੋ ਗਿਆ, ਇਹਨਾਂ 'ਤੇ ਕਬਜ਼ਾ ਕਰ ਲਿਆ ਸੀਗਾ ਅਤੇ ਇਹਨਾਂ ਨੂੰ ਆਪਣੇ ਸਾਮਰਾਜ ਵਿੱਚ ਮਿਲਾ ਲਿਆ ਸੀ। ਸਾਮਰਾਜ ਵਿੱਚ ਸ਼ਾਮਿਲ ਕਰਨ ਤੋਂ ਬਾਅਦ ਉਹਨੇ ਜਿਹੜਾ ਇਹ ਏਰੀਆ ਸੀਗਾ ਇਹਨੂੰ 20ਵਾਂ ਛਤਰਪ ਬਣਾ ਲਿਆ ਸੀਗਾ। ਠੀਕ ਆ, ਆਪਣੇ ਈਰਾਨੀ ਰਾਜ ਦਾ ਛਤਰਪ ਜਾਣੀ ਕਿ ਪ੍ਰਾਂਤ ਬਣਾ ਲਿਆ ਸੀਗਾ। ਦੇਖਦੇ ਹਾਂ ਅੱਗੇ ਇਹਦੇ ਨਾਲ ਰਿਲੇਟਡ ਕੁਐਸਚਨ। ਸਾਇਰਸ ਮਹਾਨ ਕਿੱਥੇ ਦਾ ਪ੍ਰਸਿੱਧ ਸ਼ਾਸਕ ਸੀ? ਈਰਾਨ ਦਾ। ਸਾਇਰਸ ਨੇ ਕਿਹੜੇ ਸਾਮਰਾਜ ਦੀ ਸਥਾਪਨਾ ਕੀਤੀ? ਅਕਮੇਨੀਅਨ ਸਾਮਰਾਜ ਦੀ। ਸਾਇਰਸ ਦਾ ਸ਼ਾਸਨ ਕਾਲ ਕੀ ਸੀ? 558 ਤੋਂ ਲੈ ਕੇ 530 ਈਸਵੀ ਪੂਰਵ ਤੱਕ। ਸਾਇਰਸ ਦਾ ਉੱਤਰਾਧਿਕਾਰੀ ਕੌਣ ਬਣਿਆ? ਕੈਂਬੀਸਸ। ਡੇਰੀਅਸ ਪਹਿਲਾ ਈਰਾਨ ਦੇ ਸੰਘਰਸ਼ਣ 'ਤੇ ਕਦੋਂ ਬੈਠਿਆ ਸੀ? 522 ਈਸਵੀ ਪੂਰਵ ਵਿੱਚ। ਡੇਰੀਅਸ ਪਹਿਲੇ ਨੇ ਕਦੋਂ ਤੋਂ ਕਦੋਂ ਤੱਕ ਰਾਜ ਕੀਤਾ? 522 ਤੋਂ ਲੈ ਕੇ 486 ਈਸਵੀ ਪੂਰਵ ਤੱਕ। ਡੇਰੀਅਸ ਪਹਿਲੇ ਨੇ ਆਪਣੇ ਰਾਜ ਦਾ ਕਿੱਥੋਂ ਤੱਕ ਵਿਸਤਾਰ ਕੀਤਾ? 516 ਈਸਵੀ ਪੂਰਵ ਵਿੱਚ ਪੰਜਾਬ, ਸਿੰਧ ਨਦੀ ਦੇ ਪੱਛਮੀ ਇਲਾਕਿਆਂ ਅਤੇ ਸਿੰਧ 'ਤੇ। ਈਰਾਨ ਨੇ ਪੰਜਾਬ 'ਤੇ ਕਦੋਂ ਅਧਿਕਾਰ ਕਰ ਲਿਆ ਸੀ? 516 ਈਸਵੀ ਪੂਰਵ ਦੇ ਵਿੱਚ। ਈਰਾਨੀਆਂ ਦਾ ਭਾਰਤ ਦੇ ਇਹਨਾਂ ਖੇਤਰਾਂ 'ਤੇ ਕਦੋਂ ਤੱਕ ਪ੍ਰਭਾਵ ਰਿਹਾ? 330 ਈਸਵੀ ਪੂਰਵ ਤੱਕ ਜਿਹੜੇ ਸੀ ਈਰਾਨੀ ਸੀ ਉਹਨਾਂ ਦੇ ਇਸ ਏਰੀਏ ਦੇ ਵਿੱਚ ਪ੍ਰਭਾਵ ਰਿਹਾ ਸੀਗਾ। ਠੀਕ ਆ, ਫਿਰ 330 ਈਸਵੀ ਪੂਰਵ ਵਿੱਚ ਕੀ ਹੋਇਆ ਸੀ ਕਿ ਮਕਦੂਨੀਆਂ ਦਾ ਜਿਹੜਾ ਰਾਜਾ ਸੀ ਸਿਕੰਦਰ ਸੀਗਾ। ਠੀਕ ਆ, ਉਹਨੇ ਈਰਾਨੀਆਂ ਦੇ ਸ਼ਾਸਕ ਡੇਰੀਅਸ ਤੀਜੇ ਨੂੰ ਅਰਬੇਲਾ ਦੀ ਲੜਾਈ ਹੋਈ ਸੀ, ਉਹਦੇ ਵਿੱਚ ਹਰਾਤਾ ਸੀ, ਅਤੇ ਇਸੇ ਤਰ੍ਹਾਂ ਜਿਹੜਾ ਅਕਮੇਨੀਅਨ ਸਾਮਰਾਜ ਸੀ ਕਿੱਥੋਂ ਦਾ ਸੀ? ਈਰਾਨ ਦਾ, ਉਹਦਾ ਅੰਤ ਹੋ ਗਿਆ ਸੀਗਾ। ਇਹਨਾਂ ਰਿਲੇਟਡ ਕੁਐਸਚਨ ਆ ਜਿਹੜਾ ਅੱਗੇ ਬਣਿਆ ਹੋਇਆ। ਮਕਦੂਨੀਆਂ ਦੇ ਰਾਜੇ ਸਿਕੰਦਰ ਨੇ ਈਰਾਨੀ ਸ਼ਾਸਕ ਡੇਰੀਅਸ ਨੂੰ ਕਿਹੜੇ ਯੁੱਧ ਵਿੱਚ ਹਰਾਇਆ ਸੀ? 330 ਈਸਵੀ ਪੂਰਵ ਦੇ ਜਿਹੜਾ ਵਿੱਚ ਯੁੱਧ ਹੋਇਆ ਸੀ ਅਰਬੇਲਾ ਦੀ ਲੜਾਈ, ਠੀਕ ਹੈ, ਉਹਦੇ ਵਿੱਚ ਹਰਾਇਆ ਸੀਗਾ। ਅੱਗੇ ਹੈ, ਈਰਾਨੀਆਂ ਅਤੇ ਭਾਰਤੀਆਂ ਦੇ ਮੇਲ ਜੋਲ ਨਾਲ ਕਿਹੜੀ ਨਵੀਂ ਲਿਪੀ ਦਾ ਵਿਕਾਸ ਹੋਇਆ? ਖਰੋਸ਼ਟੀ ਲਿਪੀ ਦਾ। ਅਸ਼ੋਕ ਦੇ ਸਾਰੇ ਸਿਲਾਲੇਖ ਕਿਸ ਲਿਪੀ ਵਿੱਚ ਲਿਖੇ ਗਏ ਹਨ? ਖਰੋਸ਼ਟੀ ਲਿਪੀ ਵਿੱਚ। ਸਤੰਭਾਂ ਉੱਤੇ ਬਣੀਆਂ ਸ਼ੇਰਾਂ ਤੇ ਬਲਦਾਂ ਦੀਆਂ ਮੂਰਤੀਆਂ ਕਿਹੜੀ ਕਲਾ ਦੀ ਦੇਣ ਹਨ? ਈਰਾਨੀ ਕਲਾ ਦੀ। ਦੇਖੋ ਹੁਣ ਇਹ ਚੀਜ਼ ਜਿਹੜੇ ਆਪਾਂ ਇਹ ਕੁਐਸਚਨ ਪੜ੍ਹਿਆ ਨਾ, ਇਹ ਅਸਲ ਵਿੱਚ ਇਹ ਨੇ ਕਿ ਜਿਹੜੇ ਈਰਾਨੀਆਂ ਨੇ ਭਾਰਤ ਉੱਪਰ ਹਮਲੇ ਕਰੇ ਆ, ਠੀਕ ਆ, ਅਤੇ ਉਹਨਾਂ ਨੇ ਕੀ ਸੀਗਾ ਲਗਭਗ 200 ਵਰ੍ਹਿਆਂ ਤੱਕ ਭਾਰਤ ਦੇ ਜਿਹੜੇ ਸੀਮਾ ਇਲਾਕੇ ਸੀ ਉਹਨਾਂ 'ਤੇ ਰਾਜ ਕੀਤਾ ਸੀਗਾ, ਅਤੇ ਉਹਨਾਂ ਦਾ ਕੀ ਪ੍ਰਭਾਵ ਪਿਆ? ਦੇਖੋ ਵਪਾਰ ਨੂੰ ਇੱਕ ਤਾਂ ਉਤਸ਼ਾਹ ਮਿਲਿਆ ਸੀਗਾ, ਠੀਕ ਆ, ਜਿਹੜਾ ਭਾਰਤ ਸੀ ਉਹਦਾ ਈਰਾਨ ਨਾਲ ਜਿਹੜਾ ਸੀ ਵਪਾਰ ਹੋਣ ਲੱਗ ਗਿਆ ਸੀ। ਫਿਰ ਖਰੋਸ਼ਟੀ ਲਿਪੀ ਜਿਹੜੀ ਸੀ ਉਹਦਾ ਵਿਕਾਸ ਹੋਇਆ। ਇਹ ਤੋਂ ਬਿਨਾਂ ਕੀ ਸੀ, ਕਲਾ ਅਤੇ ਸੰਸਕ੍ਰਿਤੀ ਵਿੱਚ, ਠੀਕ ਆ, ਜਿਵੇਂ ਮੂਰਤੀ ਕਲਾ ਹੋ ਗਿਆ, ਈਰਾਨੀਆਂ ਦੀ ਕਲਾ ਦੀ ਦੇਣ ਆ, ਮਤਲਬ ਇਹ ਵੀ। ਇਹ ਤੋਂ ਬਿਨਾਂ ਕੀ ਸੀਗਾ ਕਿ ਜਿਹੜੀ ਭਾਰਤੀ ਰਾਜਨੀਤਿਕ ਕਮਜ਼ੋਰੀ ਸੀਗੀ, ਠੀਕ ਆ, ਉਹਦਾ ਵੀ ਗਿਆਨ ਹੋ ਗਿਆ ਸੀ, ਕਿਉਂਕਿ ਈਰਾਨੀਆਂ ਨੇ ਜਦੋਂ ਹਮਲੇ ਕੀਤੇ ਤਾਂ ਭਾਰਤ ਦੀ ਉੱਤਰ ਪੱਛਮੀ ਸੀਮਾ 'ਤੇ ਉਹਨਾਂ ਨੇ ਲੰਬੇ ਸਮੇਂ ਤੱਕ ਕਬਜ਼ਾ ਕਰਕੇ ਭਾਰਤ ਦੀ ਰਾਜਨੀਤਿਕ ਕਮਜ਼ੋਰੀ ਦਾ ਵਿਦੇਸ਼ੀਆਂ ਨੂੰ ਗਿਆਨ ਹੋ ਗਿਆ ਸੀਗਾ ਕਿ ਜਿਹੜਾ ਭਾਰਤ ਦਾ ਉਹ ਏਰੀਆ ਵਾ ਬਹੁਤ ਕਮਜ਼ੋਰ ਆ, ਕਿਉਂਕਿ ਉਹ ਆਪਸ ਵਿੱਚ ਲੜ ਲੜ ਕੇ ਕਮਜ਼ੋਰ ਹੋ ਚੁੱਕੇ ਸੀਗੇ, ਅਤੇ ਉੱਤੇ ਹਮਲਾ ਕਰਕੇ ਕਿਸੇ ਵੀ ਟਾਈਮ ਉਹਨੂੰ ਅਧੀਨ ਕੀਤਾ ਜਾ ਸਕਦਾ ਵਾ।
ਇਹ ਸਾਰੇ ਪ੍ਰਭਾਵ ਪਏ ਸੀ ਈਰਾਨੀਆਂ ਦੇ ਹਮਲਿਆਂ ਦੇ। ਹੁਣ ਅੱਗੇ ਹੈ ਈਰਾਨੀਆਂ ਤੋਂ ਬਾਅਦ ਜਿਹੜੇ ਸੀਗੇ ਯੂਨਾਨੀ, ਠੀਕ ਆ, ਉਹਨਾਂ ਨੇ ਭਾਰਤ ਉੱਪਰ ਹਮਲਾ ਕੀਤਾ। ਸਿਕੰਦਰ ਕਿੱਥੋਂ ਦਾ ਸ਼ਾਸਕ ਸੀ? ਮਕਦੂਨੀਆ, ਯੂਨਾਨ ਦਾ। ਸਿਕੰਦਰ ਦਾ ਜਨਮ ਕਦੋਂ ਹੋਇਆ? 356 ਈਸਵੀ ਪੂਰਬ। ਸਿਕੰਦਰ ਦੇ ਪਿਤਾ ਦਾ ਨਾਂ ਕੀ ਸੀ? ਫਿਲਿਪ। ਸਿਕੰਦਰ ਨੇ ਕਿਸ ਤੋਂ ਸਿੱਖਿਆ ਪ੍ਰਾਪਤ ਕੀਤੀ? ਅਰਸਤੂ ਤੋਂ। ਸਿਕੰਦਰ ਕਦੋਂ ਸਿੰਘਾਸਨ 'ਤੇ ਬੈਠਾ? 336 ਈਸਵੀ ਪੂਰਬ ਵਿੱਚ, ਅਤੇ ਉਸ ਟਾਈਮ ਉਹਦੀ ਉਮਰ ਜਿਹੜੀ ਸੀ 20 ਸਾਲ ਦੀ ਸੀ। ਸਿਕੰਦਰ ਨੇ ਭਾਰਤ 'ਤੇ ਕਦੋਂ ਹਮਲਾ ਕੀਤਾ? 326 ਈਸਵੀ ਪੂਰਬ ਵਿੱਚ। ਸਿਕੰਦਰ ਦੇ ਭਾਰਤ ਉੱਤੇ ਹਮਲਾ ਕਰਨ ਦੇ ਕੀ ਉਦੇਸ਼ ਸਨ? ਰਾਜ ਦਾ ਵਿਸਥਾਰ ਕਰਨਾ ਅਤੇ ਧਨ ਦੌਲਤ ਹਾਸਿਲ ਕਰਨਾ। ਤਕਸ਼ਿਲਾ ਦੇ ਕਿਹੜੇ ਸ਼ਾਸਕ ਨੇ ਸਿਕੰਦਰ ਦੀ ਅਧੀਨਤਾ ਸਵੀਕਾਰ ਕਰ ਲਈ? ਰਾਜਾ ਅੰਬੀ ਨੇ। ਪੋਰਸ ਦਾ ਰਾਜ ਕਿੱਥੇ ਸਥਿਤ ਸੀ? ਜੇਹਲਮ ਅਤੇ ਚਨਾਬ ਨਦੀਆਂ ਦੇ ਵਿਚਕਾਰ। ਸਿਕੰਦਰ ਅਤੇ ਪੋਰਸ ਦੀ ਲੜਾਈ ਕਿੱਥੇ ਹੋਈ? ਕਰੀ ਨਾਂ ਦੇ ਸਥਾਨ 'ਤੇ। ਪੋਰਸ ਦੀ ਬਹਾਦਰੀ ਤੋਂ ਪ੍ਰਭਾਵਿਤ ਹੋ ਕੇ ਸਿਕੰਦਰ ਨੇ ਕੀ ਕੀਤਾ? ਉਸ ਦੇ ਜਿੱਤੇ ਹੋਏ ਇਲਾਕੇ ਵਾਪਸ ਕਰ ਦਿੱਤੇ। ਈਵਨ ਕਿ ਮਤਲਬ ਇੱਕ ਸਟੇਟਮੈਂਟ ਵੀ ਆ ਕਿ ਜਦੋਂ ਜਿਹੜਾ ਪੋਰਸ ਸੀਗਾ ਹਾਰਨ ਵਾਲਾ ਸੀਗਾ, ਠੀਕ ਆ, ਉਹਨੂੰ ਫੜ ਕੇ ਸਿਕੰਦਰ ਦੇ ਕੋਲ ਲਿਆਂਦਾ ਗਿਆ ਤਾਂ ਸਿਕੰਦਰ ਨੇ ਉਹਨੂੰ ਪੁੱਛਿਆ ਕਿ ਤੇਰੇ ਨਾਲ ਕਿਸ ਤਰ੍ਹਾਂ ਦਾ ਸਲੂਕ ਕੀਤਾ ਜਾਵੇ। ਉਹਨੇ ਕਿਹਾ ਸੀ ਕਿ ਉਸ ਤਰ੍ਹਾਂ ਦਾ ਸਲੂਕ ਕੀਤਾ ਜਾਵੇ ਜਿਵੇਂ ਇੱਕ ਰਾਜਾ ਦੂਜੇ ਰਾਜੇ ਨਾਲ ਕਰਦਾ ਵਾ। ਸਾਂਗਲਾ ਵਿਖੇ ਸਿਕੰਦਰ ਨੇ ਕਿਹੜੇ ਕਬੀਲੇ ਨਾਲ ਲੜਾਈ ਕੀਤੀ? ਕੱਠ ਕਬੀਲੇ ਦੇ ਨਾਲ। ਸਿਕੰਦਰ ਦੀਆਂ ਫੌਜਾਂ ਨੇ ਕਿਹੜੀ ਨਦੀ ਪਾਰ ਕਰਨ ਤੋਂ ਇਨਕਾਰ ਕਰ ਦਿੱਤਾ? ਬਿਆਸ ਨਦੀ। ਸਿਕੰਦਰ ਦੇ ਹਮਲੇ ਸਮੇਂ ਮਗਧ ਦਾ ਸ਼ਾਸਕ ਕੌਣ ਸੀ? ਧਨਨੰਦ। ਵਾਪਸੀ ਸਮੇਂ ਸਿਕੰਦਰ ਨੂੰ ਕਿਹੜੇ ਕਬੀਲੇ ਨਾਲ ਲੜਨਾ ਪਿਆ? ਮੱਲ ਕਬੀਲੇ ਨਾਲ। ਸਿਕੰਦਰ ਦੀ ਮੌਤ ਕਿੱਥੇ ਹੋਈ? ਬੇਬੀਲੋਨ, ਬਗਦਾਦ ਦੇ ਵਿੱਚ। ਸਿਕੰਦਰ ਦੀ ਮੌਤ ਕਦੋਂ ਹੋਈ? 323 ਈਸਵੀ ਪੂਰਬ ਦੇ ਵਿੱਚ। ਭਾਰਤੀਆਂ ਨੇ ਯੂਨਾਨੀਆਂ ਤੋਂ ਕਿਹੜੀਆਂ ਕਲਾਵਾਂ ਸਿੱਖੀਆਂ? ਸਿੱਕੇ ਬਣਾਉਣ ਅਤੇ ਮੂਰਤੀ ਬਣਾਉਣ ਦੀ ਕਲਾ ਜਿਹੜੀ ਹੈ ਭਾਰਤ ਨੇ ਯੂਨਾਨੀਆਂ ਤੋਂ ਸਿੱਖੀ ਆ। ਫਿਰ ਹੁਣ ਅੱਗੇ ਆ ਗਿਆ ਮੌਰੀਆ ਸਾਮਰਾਜ। ਦੇਖੋ ਚੰਦਰਗੁਪਤ ਮੌਰੀਆ ਵਾ ਜਿਹੜੇ ਉਹਨੇ ਮੌਰੀਆ ਸਾਮਰਾਜ ਦੀ ਨੀਂਹ ਰੱਖੀ ਆ, ਠੀਕ ਆ। ਬਟ ਕੀ ਆ ਕਿ ਇਹਦੇ ਬਾਰੇ ਆਪਾਂ ਨੂੰ ਹੋਰ ਤਾਂ ਕੋਈ ਇਨਫੋਰਮੇਸ਼ਨ ਹੈ ਨਹੀਂ ਗੀ ਕਿ ਜਿਹੜਾ ਮੌਰੀਆ ਵੰਸ਼ ਦੀ ਨਿਸ਼ਚਿਤ ਜਾਣਕਾਰੀ ਕਿਸੇ ਚੀਜ਼ ਤੋਂ ਨਹੀਂ ਮਿਲ ਰਹੀ। ਬਸ ਚੰਦਰਗੁਪਤ ਮੌਰੀਆ ਤੋਂ ਜਿਹੜੀ ਹੈਗੀ ਹੈ ਇਹਦੀ ਸ਼ੁਰੂਆਤ ਹੁੰਦੀ ਆ, ਠੀਕ ਹੈ। ਮੌਰੀਆ ਸਾਮਰਾਜ ਦਾ ਮੋਢੀ ਕੌਣ ਸੀ? ਚੰਦਰਗੁਪਤ ਮੌਰੀਆ। ਚੰਦਰਗੁਪਤ ਮੌਰੀਆ ਦਾ ਜਨਮ ਕਦੋਂ ਹੋਇਆ? 345 ਈਸਵੀ ਪੂਰਬ ਦੇ ਵਿੱਚ। ਚਾਣਕਿਆ ਚੰਦਰਗੁਪਤ ਨੂੰ ਸ਼ਿਕਾਰੀ ਕੋਲੋਂ ਖਰੀਦ ਕੇ ਕਿੱਥੇ ਲੈ ਆਇਆ? ਤਕਸ਼ਿਲਾ। ਦੇਖੋ ਜਿਹੜਾ ਚੰਦਰਗੁਪਤ ਮੌਰੀਆ ਸੀਗਾ, ਠੀਕ ਆ, ਬੌਧ ਪਰੰਪਰਾਵਾਂ ਦੇ ਅਨੁਸਾਰ ਮਤਲਬ ਇਹ ਮੰਨਿਆ ਜਾਂਦਾ ਕਿ ਚੰਦਰਗੁਪਤ ਦਾ ਪਿਤਾ ਜਿਹੜਾ ਸੀ ਮੌਰੀਆ ਨਗਰ ਦਾ ਰਾਜਾ ਸੀਗਾ, ਠੀਕ ਆ। ਅਤੇ ਕੀ ਸੀਗਾ ਕਿ ਉਹ ਇੱਕ ਹੋਰ ਰਾਜੇ ਨਾਲ ਲੜਦਾ ਹੋਇਆ ਮਾਰਿਆ ਗਿਆ ਸੀ ਅਤੇ ਉਹਦੀ ਜਿਹੜੀ ਗਰਭਵਤੀ ਰਾਣੀ ਸੀ ਉਹ ਸੀਗੀ ਪੁਸ਼ਪਪੁਰ ਸੀਗਾ, ਠੀਕ ਆ, ਇੱਕ ਜਗ੍ਹਾ ਉਹਦੇ ਪੁਸ਼ਪਪੁਰ। ਉੱਥੇ ਆਪਣੇ ਭਰਾ ਕੋਲ ਚਲੀ ਗਈ ਸੀ ਉਹ ਰਾਜੇ ਦੀ ਮੌਤ ਤੋਂ ਬਾਅਦ, ਠੀਕ ਆ। ਅਤੇ ਜਿੱਥੇ ਕੀ ਸੀਗਾ ਕਿ 345 ਈਸਵੀ ਦੇ ਵਿੱਚ ਉਹਨੇ ਇੱਕ ਬੱਚੇ ਨੂੰ ਜਨਮ ਦਿੱਤਾ ਸੀ। ਉਸ ਬੱਚੇ ਦਾ ਨਾਂ ਹੀ ਕੀ ਸੀਗਾ? ਚੰਦਰਗੁਪਤ ਰੱਖਿਆ ਗਿਆ ਸੀਗਾ। ਬਾਲਕ ਦੀ ਰੱਖਿਆ ਲਈ ਉਹਨੇ ਪਤਾ ਕੀ ਕੀਤਾ ਕਿ ਇੱਕ ਗਵਾਲੇ ਦੇ ਹਵਾਲੇ ਕਰਤਾ ਉਸ ਬੱਚੇ ਨੂੰ, ਚੰਦਰਗੁਪਤ ਨੂੰ, ਅਤੇ ਬਾਅਦ ਵਿੱਚ ਉਹਦੀ ਪਾਲਣਾ ਜਿਹੜੀ ਸੀਗੀ ਇੱਕ ਸ਼ਿਕਾਰੀ ਨੇ ਕੀਤੀ ਸੀਗੀ, ਠੀਕ ਆ। ਇੱਕ ਦਿਨ ਜਦੋਂ ਬਾਲਕ ਕੁਝ ਮਤਲਬ ਹੋਰ ਬਾਲਕਾਂ ਨਾਲ ਮਿਲ ਕੇ ਇੱਕ ਸ਼ਾਹੀ ਖੇਡ ਖੇਡ ਰਿਹਾ ਸੀਗਾ ਤਾਂ ਕੀ ਹੋਇਆ ਕਿ ਅਚਾਨਕ ਕੌਟਲਿਆ ਨੇ, ਠੀਕ ਆ, ਜਾਂ ਜਿਹਨੂੰ ਆਪਾਂ ਚਾਣਕਿਆ ਕਹਿੰਦੇ ਆ, ਉਹਦੀ ਨਜ਼ਰ ਉਹਦੇ 'ਤੇ ਪਈ। ਚਾਣਕਿਆ ਸੀਗਾ ਉਹ ਇੱਕ ਸ਼ਿਕਾਰੀ ਤੋਂ ਉਹਨੂੰ ਖਰੀਦ ਕੇ ਲੈ ਗਿਆ ਸੀ। ਫਿਰ ਉਹਨੇ ਕੀ ਕੀਤਾ ਕਿ 7-8 ਵਰ੍ਹੇ ਉਹਨੂੰ ਚੰਗੀ ਤਰ੍ਹਾਂ ਸਿੱਖਿਆ ਦਿੱਤੀ, ਠੀਕ ਆ। ਕਿਉਂਕਿ ਜਿਹੜਾ ਕੌਟਲਿਆ ਸੀਗਾ ਉਹ ਤਕਸ਼ਿਲਾ ਨਗਰ ਦਾ ਇੱਕ ਬ੍ਰਾਹਮਣ ਸੀਗਾ। ਇੱਕ ਵਾਰੀ ਜਦੋਂ ਨੰਦ ਸ਼ਾਸਕ ਦੇ ਦਰਬਾਰ ਵਿੱਚ ਪਾਟਲੀਪੁੱਤਰ ਗਿਆ ਸੀਗਾ ਤਾਂ ਉਹਨੇ ਉੱਥੇ ਉਹਦਾ ਕਾਫੀ ਅਪਮਾਨ ਕਰਤਾ ਸੀ, ਉਹਦੀ ਬੇਇੱਜ਼ਤੀ ਕਰਤੀ ਸੀ, ਠੀਕ ਆ। ਅਤੇ ਉਦੋਂ ਬਾਅਦ 'ਚ ਹੀ ਉਹਨੇ ਸਹੁੰ ਖਾਧੀ ਸੀ ਕਿ ਉਹ ਨੰਦ ਵੰਸ਼ ਦਾ ਬਿਲਕੁਲ ਖਾਤਮਾ ਕਰਕੇ ਰਹੂਗਾ। ਅਤੇ ਇਸੇ ਲਈ ਕੀ ਸੀਗਾ ਉਹਨੇ ਚੰਦਰਗੁਪਤ ਮੌਰੀਆ ਨੂੰ ਪੂਰੀ ਤਰ੍ਹਾਂ ਤਿਆਰ ਕਰਕੇ ਉਹਨੂੰ ਰਾਜਗੱਦੀ 'ਤੇ ਬਿਠਾਇਆ ਸੀਗਾ। ਅੱਗੇ ਦੇਖਦੇ ਹਾਂ। ਚਾਣਕਿਆ ਚੰਦਰਗੁਪਤ ਨੂੰ ਸ਼ਿਕਾਰੀ ਕੋਲੋਂ ਖਰੀਦ ਕੇ ਕਿੱਥੇ ਲੈ ਆਇਆ? ਤਕਸ਼ਿਲਾ। ਸਿਕੰਦਰ ਦੇ ਹਮਲੇ ਕਾਰਨ ਕਿਸ ਨੂੰ ਸ਼ਕਤੀ ਵਧਾਉਣ ਦਾ ਮੌਕਾ ਮਿਲਿਆ? ਚੰਦਰਗੁਪਤ ਮੌਰੀਆ ਨੂੰ। ਕੌਟਲਿਆ ਕੌਣ ਸੀ? ਕੌਟਲਿਆ ਤਕਸ਼ਿਲਾ ਨਗਰ ਦੇ ਇੱਕ ਬ੍ਰਾਹਮਣ ਦਾ ਪੁੱਤਰ ਸੀ। ਕੌਟਲਿਆ ਕਿੱਥੋਂ ਦਾ ਵਾਸੀ ਸੀ? ਤਕਸ਼ਿਲਾ ਦਾ। ਚੰਦਰਗੁਪਤ ਨੇ ਕਿਸ ਦੀ ਸਹਾਇਤਾ ਨਾਲ ਮੌਰੀਆ ਵੰਸ਼ ਸਥਾਪਿਤ ਕੀਤਾ? ਕੌਟਲਿਆ ਦੀ। ਕੌਟਲਿਆ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ? ਚਾਣਕਿਆ। ਕੌਟਲਿਆ ਦਾ ਅਸਲੀ ਨਾਂ ਕੀ ਸੀ? ਵਿਸ਼ਨੂਗੁਪਤ।
ਚੰਦਰਗੁਪਤ ਮੌਰੀਆ ਨੇ ਪੰਜਾਬ 'ਤੇ ਕਦੋਂ ਕਬਜ਼ਾ ਕੀਤਾ? 322 ਈਸਵੀ ਪੂਰਵ ਵਿੱਚ। ਚੰਦਰਗੁਪਤ ਮੌਰੀਆ ਨੇ ਮਗਧ 'ਤੇ ਹਮਲਾ ਕਦੋਂ ਕੀਤਾ? 321 ਈਸਵੀ ਪੂਰਵ ਵਿੱਚ। ਮੌਰੀਆ ਵੰਸ਼ ਦੀ ਸਥਾਪਨਾ ਕਦੋਂ ਕੀਤੀ ਗਈ? 321 ਈਸਵੀ ਪੂਰਵ ਦੇ ਵਿੱਚ। ਸੈਲਿਊਕਸ ਕੌਣ ਸੀ? ਸਿਕੰਦਰ ਦਾ ਸੈਨਾਪਤੀ। ਚੰਦਰਗੁਪਤ ਮੌਰੀਆ ਅਤੇ ਸੈਲਿਊਕਸ ਵਿਚਕਾਰ ਯੁੱਧ ਕਦੋਂ ਹੋਇਆ? 305 ਈਸਵੀ ਪੂਰਵ ਦੇ ਵਿੱਚ। ਜਿਹੜਾ ਇਹਨਾਂ ਵਿਚਕਾਰ ਯੁੱਧ ਹੋਇਆ ਸੀ, ਇਸ ਯੁੱਧ ਦੀ ਸੰਧੀ ਅਨੁਸਾਰ ਸੈਲਿਊਕਸ ਨੇ ਆਪਣੇ ਕਿਹੜੇ ਇਲਾਕੇ ਚੰਦਰਗੁਪਤ ਨੂੰ ਸੌਂਪ ਦਿੱਤੇ? ਕਾਬਲ, ਕੰਧਾਰ, ਹੀਰਾਤ ਅਤੇ ਬਲੋਚਿਸਤਾਨ ਦੇ ਇਲਾਕੇ। ਕਿਸ ਨੇ ਆਪਣੀ ਇੱਕ ਪੁੱਤਰੀ ਦਾ ਵਿਆਹ ਚੰਦਰਗੁਪਤ ਨਾਲ ਕੀਤਾ? ਸੈਲਿਊਕਸ ਨੇ। ਚੰਦਰਗੁਪਤ ਨੇ ਸਨਮਾਨ ਵਜੋਂ ਸੈਲਿਊਕਸ ਨੂੰ ਕੀ ਭੇਂਟ ਕੀਤਾ? 500 ਹਾਥੀ। ਚੰਦਰਗੁਪਤ ਨੇ ਆਪਣੀ ਰਾਜਧਾਨੀ ਕਿਸ ਨੂੰ ਬਣਾਇਆ? ਪਾਟਲੀਪੁੱਤਰ ਨੂੰ। ਸੈਲਿਊਕਸ ਨੇ ਚੰਦਰਗੁਪਤ ਦੇ ਦਰਬਾਰ ਵਿੱਚ ਕਿਹੜੇ ਰਾਜਦੂਤ ਨੂੰ ਭੇਜਿਆ? ਮੈਗਸਥਨੀਜ਼ ਨੂੰ। ਮੈਗਸਥਨੀਜ਼ ਕੌਣ ਸੀ? ਇੱਕ ਯੂਨਾਨੀ ਰਾਜਦੂਤ। ਚੰਦਰਗੁਪਤ ਮੌਰੀਆ ਨੇ ਮੌਤ ਤੋਂ ਪਹਿਲਾਂ ਕਿਹੜਾ ਮਤ ਧਾਰਨ ਕੀਤਾ? ਜੈਨ ਮਤ। ਚੰਦਰਗੁਪਤ ਮੌਰੀਆ ਨੇ ਆਪਣਾ ਉੱਤਰਾਧਿਕਾਰੀ ਕਿਸ ਨੂੰ ਬਣਾਇਆ? ਬਿੰਦੂਸਾਰ ਨੂੰ। ਚੰਦਰਗੁਪਤ ਕਿਹੜੇ ਜੈਨ ਗੁਰੂ ਨਾਲ ਨਿਰਵਾਣ ਪ੍ਰਾਪਤੀ ਲਈ ਮੈਸੂਰ ਗਿਆ? ਭਦਰਬਾਹੂ ਨਾਲ। ਚੰਦਰਗੁਪਤ ਮੌਰੀਆ ਨੇ ਕਿਹੜੇ ਸਥਾਨ 'ਤੇ ਪ੍ਰਾਣ ਤਿਆਗੇ? ਸ਼ਰਵਣ ਬੈਲਗੋਲਾ। ਚੰਦਰਗੁਪਤ ਮੌਰੀਆ ਨੇ ਕਿਹੜੀ ਵਿਧੀ ਰਾਹੀਂ ਪ੍ਰਾਣ ਤਿਆਗੇ? ਸੁਲੇਖਣਾ ਵਿਧੀ ਰਾਹੀਂ। ਚੰਦਰਗੁਪਤ ਮੌਰੀਆ ਨੇ ਕਦੋਂ ਪ੍ਰਾਣ ਤਿਆਗੇ? 298 ਈਸਵੀ ਪੂਰਵ ਦੇ ਵਿੱਚ। ਹੈ ਚੰਦਰਗੁਪਤ ਮੌਰੀਆ ਨੇ ਕਦੋਂ ਤੱਕ ਆਪਣਾ ਸ਼ਾਸਨ ਕੀਤਾ? 24 ਵਰ੍ਹਿਆਂ ਤੱਕ ਜਿਹੜਾ ਸੀ ਚੰਦਰਗੁਪਤ ਮੌਰੀਆ ਨੇ ਕੌਟਲਿਆ ਦੀ ਹੈਲਪ ਦੇ ਨਾਲ ਆਪਣਾ ਸ਼ਾਸਨ ਕੀਤਾ ਸੀ। ਬਿੰਦੂਸਾਰ ਗੱਦੀ 'ਤੇ ਕਦੋਂ ਬੈਠਾ? 298 ਈਸਵੀ ਪੂਰਵ। ਬਿੰਦੂਸਾਰ ਨੇ ਤਕਸ਼ਿਲਾ ਦਾ ਵਿਦਰੋਹ ਕੁਚਲਣ ਲਈ ਕਿਸ ਨੂੰ ਭੇਜਿਆ? ਅਸ਼ੋਕ ਨੂੰ। ਅਸ਼ੋਕ ਕਿੱਥੋਂ ਦਾ ਗਵਰਨਰ ਸੀ? ਉਜੈਨ ਦਾ। ਅੱਗੇ ਹੈ ਬਿੰਦੂਸਾਰ ਦੀ ਮੌਤ ਕਦੋਂ ਹੋਈ? 273 ਈਸਵੀ ਪੂਰਵ ਦੇ ਵਿੱਚ। ਬਿੰਦੂਸਾਰ ਦੇ ਰਾਜ ਵਿੱਚ ਕਿਹੜਾ ਰਾਜਦੂਤ ਆਇਆ? ਡੀਮੈਕਸ। ਡੀਮੈਕਸ ਕਿਸ ਦਾ ਰਾਜਦੂਤ ਸੀ? ਐਂਟੀਓਕਸ। ਯੂਨਾਨੀ ਸ਼ਾਸਕ ਸੀਗਾ ਐਂਟੀਓਕਸ, ਉਹਦਾ ਜਿਹੜਾ ਰਾਜਦੂਤ ਸੀਗਾ ਡੀਮੈਕਸ ਬਿੰਦੂਸਾਰ ਦੇ ਦਰਬਾਰ ਦੇ ਵਿੱਚ ਆਇਆ ਸੀਗਾ। ਅੱਗੇ ਹੈ ਟਾਲਮੀ ਫਿਲਾਡੈਲਫਸ ਦੂਜੇ ਨੇ ਕਿਸ ਨੂੰ ਆਪਣਾ ਰਾਜਦੂਤ ਬਣਾ ਕੇ ਬਿੰਦੂਸਾਰ ਦੇ ਦਰਬਾਰ ਵਿੱਚ ਭੇਜਿਆ? ਇਹ ਜਿਹੜਾ ਸੀਗਾ ਟਾਲਮੀ ਫਿਲਾਡੈਲਫਸ, ਇਹ ਸੀਗਾ ਮਿਸਰ ਦਾ ਸ਼ਾਸਕ। ਠੀਕ ਹੈ, ਇਹਨੇ ਵੀ ਆਪਣਾ ਇੱਕ ਰਾਜਦੂਤ ਜਿਹੜਾ ਸੀ ਬਿੰਦੂਸਾਰ ਦੇ ਦਰਬਾਰ ਵਿੱਚ ਭੇਜਿਆ ਸੀਗਾ, ਉਹਦਾ ਨਾਂ ਸੀਗਾ ਡਾਇਓਨੀਸੀਅਸ। ਅੱਗੇ ਹੈ ਬੋਧੀ ਗ੍ਰੰਥਾਂ ਅਨੁਸਾਰ ਬਿੰਦੂਸਾਰ ਦੀਆਂ ਕਿੰਨੀਆਂ ਰਾਣੀਆਂ ਅਤੇ ਪੁੱਤਰ ਸਨ? ਬੋਧੀ ਗ੍ਰੰਥਾਂ ਦੇ ਅਨੁਸਾਰ ਕੀ ਸੀ ਕਿ ਜਿਹੜਾ ਬਿੰਦੂਸਾਰ ਰਾਜਾ ਸੀਗਾ, ਠੀਕ ਆ, ਉਹਦੀਆਂ 16 ਰਾਣੀਆਂ ਸੀ ਅਤੇ 101 ਉਹਨਾਂ ਦੇ ਪੁੱਤਰ ਸੀਗੇ। ਅੱਗੇ ਹੁਣ ਬਿੰਦੂਸਾਰ ਦਾ ਉੱਤਰਾਧਿਕਾਰੀ ਕੌਣ ਬਣਿਆ? ਦੇਖੋ, ਇੱਕ ਉਹਦਾ ਪੁੱਤਰ ਸੀਗਾ ਸੁਸ਼ੀਮ ਸੀਗਾ, ਦੂਜਾ ਸੀਗਾ ਅਸ਼ੋਕ। ਪਰ ਸੁਸ਼ੀਮ ਜਿਹੜਾ ਸੀ ਇੱਕ ਕਮਜ਼ੋਰ ਸ਼ਾਸਕ ਸੀਗਾ। ਠੀਕ ਆ, ਉਹ ਤਾਂ ਆਪਣੇ ਜਿਹੜਾ ਮਤਲਬ ਉਹਦੇ ਰਾਜ ਦੇ ਉਹਦੇ ਪ੍ਰਾਂਤ ਦੇ ਵਿੱਚ ਜਿਹੜਾ ਵਿਦਰੋਹ ਹੋਇਆ ਸੀ ਉਹਨੂੰ ਵੀ ਦਬਾ ਨਹੀਂ ਸਕਿਆ ਸੀ, ਤਾਂ ਕਰਕੇ ਜਿਹੜਾ ਬਿੰਦੂਸਾਰ ਦਾ ਉੱਤਰਾਧਿਕਾਰੀ ਕੌਣ ਬਣਿਆ? ਅਸ਼ੋਕ ਬਣਿਆ। ਅਸ਼ੋਕ ਦੀ ਮਾਤਾ ਦਾ ਨਾਂ ਕੀ ਸੀ? ਸ਼ੁਭਦਰੰਗੀ। ਅਸ਼ੋਕ ਨੇ ਮੌਰੀਆ ਸਾਮਰਾਜ ਦੀ ਗੱਦੀ ਕਦੋਂ ਸੰਭਾਲੀ? 273 ਈਸਵੀ ਪੂਰਵ ਦੇ ਵਿੱਚ। ਅਸ਼ੋਕ ਦਾ ਰਾਜ ਤਿਲਕ ਕਦੋਂ ਹੋਇਆ? 269 ਈਸਵੀ ਪੂਰਵ ਦੇ ਵਿੱਚ। ਬੌਧ ਪਰੰਪਰਾਵਾਂ ਅਨੁਸਾਰ ਅਸ਼ੋਕ ਨੇ ਕਿੰਨੇ ਭੈਣ ਭਰਾਵਾਂ ਨੂੰ ਮਾਰ ਕੇ ਗੱਦੀ ਪ੍ਰਾਪਤ ਕੀਤੀ? ਅਸ਼ੋਕ ਜਿਹੜਾ ਸੀਗਾ ਮਤਲਬ ਬੌਧ ਪਰੰਪਰਾਵਾਂ ਦੇ ਅਨੁਸਾਰ ਮੰਨਿਆ ਜਾਂਦਾ ਅਸ਼ੋਕ ਨੇ ਆਪਦੇ 99 ਭੈਣ ਭਰਾਵਾਂ ਦਾ ਕਤਲ ਕੀਤਾ ਸੀ। ਉਹ ਤੋਂ ਬਾਅਦ ਕਿਤੇ ਜਾ ਕੇ ਉਹਨੂੰ ਜਿਹੜੀ ਸੀ ਗੱਦੀ ਪ੍ਰਾਪਤ ਹੋਈ ਸੀਗੀ। ਅਸ਼ੋਕ ਨੇ ਕਦੋਂ ਤੱਕ ਸ਼ਾਸਨ ਕੀਤਾ? 232 ਈਸਵੀ ਪੂਰਵ ਤੱਕ ਅਸ਼ੋਕ ਜਿਹੜਾ ਸੀ ਉਹਨੇ ਸ਼ਾਸਨ ਕੀਤਾ ਸੀ। ਕਲਿੰਗ ਵਰਤਮਾਨ ਕਿਹੜੇ ਰਾਜ ਵਿੱਚ ਹੈ? ਉੜੀਸਾ ਦੇ ਵਿੱਚ। ਅਸ਼ੋਕ ਨੇ ਕਲਿੰਗ 'ਤੇ ਕਦੋਂ ਹਮਲਾ ਕੀਤਾ? 261 ਈਸਵੀ ਪੂਰਵ ਦੇ ਵਿੱਚ। ਅਸ਼ੋਕ ਦੇ ਕਿਹੜੇ ਸ਼ਿਲਾਲੇਖ ਤੋਂ ਕਲਿੰਗ ਯੁੱਧ ਸੰਬੰਧੀ ਜਾਣਕਾਰੀ ਮਿਲਦੀ ਹੈ? 13ਵੇਂ ਸ਼ਿਲਾਲੇਖ ਤੋਂ। ਦੇਖੋ, ਇਹਦੇ ਵਿੱਚ ਕੀ ਹੋਇਆ ਸੀ ਵੀ ਅਸ਼ੋਕ ਜਦੋਂ ਰਾਜਗੱਦੀ 'ਤੇ ਬੈਠਾ, ਠੀਕ ਆ, ਤਾਂ ਉਹਨੂੰ ਵਿਰਾਸਤ ਵਿੱਚ ਜਿਹੜਾ ਇੱਕ ਵਿਸ਼ਾਲ ਸਾਮਰਾਜ ਪ੍ਰਾਪਤ ਹੋਇਆ ਸੀਗਾ। ਦੱਖਣ ਵਿੱਚ ਕੀ ਸੀਗਾ? ਸਿਰਫ ਕਲਿੰਗ ਦਾ ਪ੍ਰਦੇਸ਼ ਸੀਗਾ ਜਿਹੜਾ ਕਿ ਵਰਤਮਾਨ ਉੜੀਸਾ ਰਾਜ ਦੇ ਵਿੱਚ ਆ। ਠੀਕ ਆ, ਉਹਨੂੰ ਹੁਣ ਤੱਕ ਜਿੱਤਿਆ ਨਹੀਂ ਗਿਆ ਸੀਗਾ। ਅਸ਼ੋਕ ਕੀ ਸੀਗਾ ਇਸ ਪ੍ਰਦੇਸ਼ ਨੂੰ ਜਿੱਤ ਕੇ ਆਪਣੇ ਸਾਮਰਾਜ ਵਿੱਚ ਸ਼ਾਮਿਲ ਕਰਨਾ ਚਾਹੁੰਦਾ ਸੀਗਾ। ਉਹਨੇ ਕੀ ਕੀਤਾ ਇਹਦੇ ਲਈ ਸੀਗਾ? ਉਹਨੇ
261 ਈਸਵੀ ਦੇ ਵਿੱਚ ਜਿਹੜਾ ਸੀਗਾ ਕਲਿੰਗ ਦੇ ਉੱਤੇ ਹਮਲਾ ਕਰਤਾ ਸੀ। ਅਤੇ ਉਸ ਸਮੇਂ ਜਿਹੜਾ ਕਲਿੰਗ ਦਾ ਸ਼ਾਸਕ ਸੀਗਾ ਉਹਦੇ ਕੋਲ 10,000 ਤਾਂ ਜਿਹੜੇ ਸੀਗੇ ਘੋੜਸਵਾਰ ਸੀਗੇ, ਠੀਕ ਹੈ। 60,000 ਉਹਦੇ ਕੋਲੇ ਪੈਦਲ ਸੈਨਿਕ ਸੀਗੇ ਅਤੇ 700 ਹਾਥੀ ਸੀਗੇ। ਫਿਰ ਵੀ ਜਿਹੜਾ ਉਹ ਸੀਗਾ ਭਿਆਨਕ ਯੁੱਧ ਦੇ ਵਿੱਚ ਅਸ਼ੋਕ ਦੇ ਹੱਥੋਂ ਜਿਹੜਾ ਸੀ ਮਾਰਿਆ ਗਿਆ ਸੀ ਅਤੇ ਹਾਰ ਗਿਆ ਸੀਗਾ। ਅਸ਼ੋਕ ਦੇ ਕਿਹੜੇ ਸ਼ਿਲਾਲੇਖ ਤੋਂ ਕਲਿੰਗ ਯੁੱਧ ਸੰਬੰਧੀ ਜਾਣਕਾਰੀ ਮਿਲਦੀ ਹੈ? 13ਵੇਂ ਸ਼ਿਲਾਲੇਖ ਤੋਂ। ਕਿਹੜੇ ਯੁੱਧ ਤੋਂ ਬਾਅਦ ਅਸ਼ੋਕ ਨੇ ਯੁੱਧ ਕਰਨਾ ਛੱਡ ਦਿੱਤਾ? ਕਲਿੰਗ ਦੇ ਯੁੱਧ ਤੋਂ ਬਾਅਦ। ਦੇਖੋ, ਕਲਿੰਗ ਦੇ ਯੁੱਧ ਤੋਂ ਬਾਅਦ ਜਿਹੜਾ ਅਸ਼ੋਕ ਸੀ ਉਹਨੇ ਬਿਲਕੁਲ ਯੁੱਧ ਕਰਨਾ ਜਿਹੜਾ ਸੀ ਛੱਡਤਾ ਸੀ, ਕਿਉਂਕਿ ਇਸ ਯੁੱਧ ਨਾਲ ਉਹਦੇ ਮਨ 'ਤੇ ਇੱਕ ਤਰ੍ਹਾਂ ਦੀ ਛਾਪ ਬਣ ਗਈ ਸੀ। ਉਹਨੇ ਭੇਰੀ ਕੋਸ਼ ਦੀ ਥਾਂ 'ਤੇ ਧਰਮ ਕੋਸ਼ ਦੀ ਨੀਤੀ ਅਪਣਾ ਲਈ ਸੀ, ਠੀਕ ਆ। ਕਲਿੰਗ ਦੇ ਯੁੱਧ ਵਿੱਚ ਕੀ ਹੋਇਆ ਕਿ ਉਹਨੇ ਬਹੁਤ ਹੀ ਜ਼ਿਆਦਾ ਮਨੁੱਖੀ ਖੂਨ ਖਰਾਬਾ ਕੀਤਾ, ਠੀਕ ਆ। ਲੋਕਾਂ ਨਾਲ ਬਹੁਤ ਮਾਰ ਕੁੱਟ ਕੀਤਾ। ਉਹਨੂੰ ਕੀ ਸੀਗਾ ਕਿ ਇਹਦੇ ਲਈ ਆਪਣੇ ਆਪ ਨੂੰ ਦੋਸ਼ੀ ਠਹਿਰਾਇਆ। ਹੁਣ ਉਹਨੇ ਕੀ ਸੀਗਾ ਕਿ ਹਮੇਸ਼ਾ ਲਈ ਯੁੱਧ ਕਰਨਾ ਤਿਆਗਤਾ ਸੀਗਾ। ਕਲਿੰਗ ਯੁੱਧ ਤੋਂ ਪਹਿਲਾਂ ਅਸ਼ੋਕ ਕਿਸ ਦਾ ਉਪਾਸਕ ਸੀ? ਸ਼ਿਵ ਜੀ ਦਾ। ਕਲਿੰਗ ਯੁੱਧ ਤੋਂ ਬਾਅਦ ਅਸ਼ੋਕ ਨੇ ਕਿਹੜਾ ਧਰਮ ਅਪਣਾਇਆ? ਬੁੱਧ ਧਰਮ ਅਪਣਾਇਆ। ਦੇਖੋ, ਅਸ਼ੋਕ ਦੇ ਵਿਅਕਤੀਗਤ 'ਤੇ ਇੰਨਾ ਕੁ ਜ਼ਿਆਦਾ ਪ੍ਰਭਾਵ ਪਿਆ ਸੀਗਾ ਕਿ ਉਹਨੇ ਨਾ ਤਾਂ ਸ਼ਿਕਾਰ ਖੇਡਣਾ ਵੀ ਛੱਡਤਾ ਸੀਗਾ, ਠੀਕ ਆ, ਪਸ਼ੂਆਂ ਨੂੰ ਮਾਰਨਾ ਵੀ ਛੱਡਤਾ ਸੀਗਾ। ਨਵਾਂ ਮੋੜ ਆਇਆ ਸੀ ਉਹਦੀ ਜ਼ਿੰਦਗੀ ਦੇ ਵਿੱਚ, ਉਹਨੇ ਯੁੱਧ ਕਰਨਾ ਵੀ ਛੱਡਤਾ ਸੀ। ਉਹਨੇ ਕਿਹੜਾ ਧਰਮ ਅਪਣਾ ਲਿਆ? ਸ਼ਿਵ ਧਰਮ ਦੀ ਥਾਂ 'ਤੇ ਬੁੱਧ ਧਰਮ ਜਿਹੜਾ ਸੀ ਉਹਨੂੰ ਅਪਣਾ ਲਿਆ ਸੀ, ਠੀਕ ਆ। ਅਤੇ ਉਹਦੇ ਜਿਹੜੇ ਸਿਧਾਂਤ ਸੀਗੇ ਉਹਨਾਂ ਦਾ ਪ੍ਰਚਾਰ ਕਰਨਾ ਸ਼ੁਰੂ ਕਰਤਾ ਸੀ, ਕਿਉਂਕਿ ਬੁੱਧ ਧਰਮ ਦੇ ਵਿੱਚ ਕੀ ਸੀਗਾ, ਅਹਿੰਸਾ ਵਿੱਚ ਵਿਸ਼ਵਾਸ ਰੱਖਦਾ ਸੀਗਾ। ਇਸੇ ਲਈ ਅਸ਼ੋਕ ਜਿਹੜਾ ਸੀਗਾ ਉਹ ਬੁੱਧ ਧਰਮ ਨੂੰ ਹਰਮਨ ਪਿਆਰਾ ਬਣਾਉਣਾ ਚਾਹੁੰਦਾ ਸੀਗਾ ਅਤੇ ਉਹਨੇ ਇਸ ਦਾ ਪ੍ਰਚਾਰ ਕਰਨਾ ਵੀ ਸ਼ੁਰੂ ਕਰਤਾ ਸੀਗਾ। ਅਸ਼ੋਕ ਦੇ ਕਿਹੜੇ ਸ਼ਿਲਾਲੇਖ ਤੋਂ ਪਤਾ ਲੱਗਦਾ ਹੈ ਕਿ ਕਲਿੰਗ ਦਾ ਯੁੱਧ ਬਹੁਤ ਭਿਆਨਕ ਸੀ? 13ਵੇਂ ਸ਼ਿਲਾਲੇਖ ਤੋਂ। ਅਸ਼ੋਕ ਨੇ ਭੇਰੀ ਕੋਸ਼ ਦੀ ਨੀਤੀ ਛੱਡ ਕੇ ਕਿਹੜੀ ਨੀਤੀ ਅਪਣਾਈ? ਧਰਮ ਕੋਸ਼ ਦੀ। ਭੇਰੀ ਕੋਸ਼ ਹੁੰਦੀ ਹੈ ਯੁੱਧ ਨੀਤੀ, ਠੀਕ ਆ, ਜਿਹੜੀ ਕਿ ਉਹਨੇ ਛੱਡਤੀ ਸੀਗੀ। ਅਤੇ ਕਿਹੜੀ ਨੀਤੀ ਅਪਣਾ ਲਈ? ਧਰਮ ਕੋਸ਼ ਦੀ ਨੀਤੀ ਅਪਣਾ ਲਈ। ਹੁਣ ਅੱਗੇ ਆ ਗਿਆ ਕਿ ਉਹਦੇ ਰਾਜ ਦਰਬਾਰ ਜਿਹੜਾ ਸੀ ਉਹ ਕਿਸ ਤਰ੍ਹਾਂ ਦਾ ਸੀਗਾ, ਠੀਕ ਆ। ਵੈਸੇ ਤਾਂ ਮੌਰੀਆ ਸ਼ਾਸਕ ਦਾ ਕੇਵਲ ਕਹਿੰਦੇ ਕੀ ਸੀਗਾ, ਰਾਜਾਈ ਸਾਮਰਾਜ ਦਾ ਸਰਵਉੱਚ ਅਧਿਕਾਰੀ ਹੁੰਦਾ ਸੀਗਾ, ਠੀਕ ਆ। ਸਾਰੀਆਂ ਸ਼ਕਤੀਆਂ ਰਾਜਾ ਦੇ ਕੋਲ ਹੁੰਦੀਆਂ ਸੀਗੀਆਂ। ਉਹਦੇ ਮੂੰਹ ਵਿੱਚੋਂ ਨਿਕਲਿਆ ਸ਼ਬਦ ਆ ਜਿਹੜਾ ਉਹਨੂੰ ਕਾਨੂੰਨ ਸਮਝ ਲਿਆ ਜਾਂਦਾ ਸੀਗਾ। ਕਿਸੇ ਵੀ ਅਪਰਾਧੀ ਨੂੰ ਸਖਤ ਸਜ਼ਾ ਦੇਣੀ ਹੈ, ਠੀਕ ਆ, ਜਾਂ ਸਜ਼ਾ ਨਹੀਂ ਦੇਣੀ, ਇਹ ਵੀ ਕੀ ਰਾਜੇ 'ਤੇ ਡਿਪੈਂਡ ਹੁੰਦਾ ਸੀਗਾ। ਮਹੱਤਵਪੂਰਨ ਜਿਹੜੇ ਅਹੁਦੇ ਹੁੰਦੇ ਸੀ ਉਹਨਾਂ ਦੀ ਨਿਯੁਕਤੀ ਵੀ ਖੁਦ ਸਮਰਾਟ ਕਰਦਾ ਸੀਗਾ। ਅਤੇ ਆਪਣੀ ਪਰਜਾ ਉੱਪਰ ਜਿਹੜੇ ਕਰ ਲਗਾਉਣੇ ਆ ਜਾਂ ਕਰ ਹਟਾਉਣੇ ਆ ਉਹ ਵੀ ਸਾਰੇ ਕੰਮ ਰਾਜਾ ਕਰਦਾ ਸੀ। ਇਹ ਤੋਂ ਬਿਨਾਂ ਉਹਦੀ ਹੈਲਪ ਦੇ ਲਈ ਹੋਰ ਵੀ ਕੁਛ, ਮਤਲਬ ਆਪਾਂ ਕਹਿ ਦਈਏ ਕਿ ਉਹਦੇ ਮੰਤਰੀ ਹੁੰਦੇ ਸੀਗੇ। ਪਹਿਲਾਂ ਆਪਾਂ ਪੁਰੋਹਿਤ ਦੇਖ ਲੈਂਦੇ ਹਾਂ ਕਿ ਪੁਰੋਹਿਤ ਦਾ ਕੀ ਕੰਮ ਹੁੰਦਾ ਸੀਗਾ, ਠੀਕ ਹੈ। ਪੁਰੋਹਿਤ ਜਿਹੜਾ ਸੀਗਾ ਉਹ ਇੱਕ ਤਰ੍ਹਾਂ ਦਾ ਜਿਹੜਾ ਸੀ ਰਾਜ ਦਾ ਪੁਜਾਰੀ ਹੁੰਦਾ ਸੀ। ਧਾਰਮਿਕ ਮਾਮਲਿਆਂ ਵਿੱਚ ਉਹਦਾ ਸਮਰਾਟ ਨੂੰ ਮਸ਼ਵਰਾ ਦਿੰਦਾ ਸੀ। ਦੇਖੋ, ਪੁਰੋਹਿਤ ਦੇ ਕੀ ਕੰਮ ਸਨ ਜਾਂ ਪੁਰੋਹਿਤ ਕੀ ਕੰਮ ਕਰਦਾ ਸੀ? ਰਾਜ ਦਾ ਪੁਜਾਰੀ ਸੀਗਾ ਪੁਰੋਹਿਤ, ਅਤੇ ਧਾਰਮਿਕ ਮਾਮਲਿਆਂ ਵਿੱਚ ਸਮਰਾਟ ਨੂੰ ਸਲਾਹ ਮਸ਼ਵਰਾ ਦਿੰਦਾ ਸੀਗਾ। ਅੱਗੇ ਹੈ, ਸਮਰਾਟ ਨੂੰ ਯੁੱਧ ਅਤੇ ਸੰਧੀ ਸੰਬੰਧੀ ਜ਼ਰੂਰੀ ਸਲਾਹ ਕੌਣ ਦਿੰਦਾ ਸੀ? ਸੈਨਾਪਤੀ। ਦੇਖੋ, ਜਿਹੜਾ ਮਤਲਬ ਮੌਰੀਆ ਸਾਮਰਾਜ ਦੇ ਵਿੱਚ ਸੈਨਾ ਦਾ ਮੁਖੀ ਹੁੰਦਾ ਸੀ, ਕੌਣ ਹੁੰਦਾ ਸੀ? ਸੈਨਾਪਤੀ ਹੁੰਦਾ ਸੀਗਾ। ਸੈਨਾਪਤੀ ਦਾ ਕੰਮ ਕੀ ਹੁੰਦਾ ਸੀ ਕਿ ਜਿਹੜਾ ਰਾਜਾ ਹੁੰਦਾ ਸੀ ਉਹਨੂੰ ਯੁੱਧ ਅਤੇ ਸੰਧੀ ਦੇ ਸੰਬੰਧੀ ਜ਼ਰੂਰੀ ਸਲਾਹ ਦੇਣਾ ਹੁੰਦਾ ਸੀਗਾ। ਅਸ਼ੋਕ ਦੇ ਰਾਜ ਵਿੱਚ ਸਨੀਦਾਤਾ ਕੌਣ ਸੀ? ਖਜ਼ਾਨਾ ਮੰਤਰੀ। ਦੇਖੋ, ਫਿਰ ਅਸ਼ੋਕ ਦੇ ਰਾਜ ਵਿੱਚ ਜਿਹੜਾ ਖਜ਼ਾਨਾ ਮੰਤਰੀ ਸੀ ਉਹਨੂੰ ਕੀ ਕਿਹਾ ਜਾਂਦਾ ਸੀ? ਮੌਰੀਆ ਸਾਮਰਾਜ ਵਿੱਚ ਸਨੀਦਾਤਾ ਕਿਹਾ ਜਾਂਦਾ ਸੀਗਾ। ਅਸ਼ੋਕ ਦੇ ਦਰਬਾਰ ਵਿੱਚ ਸਮਾਹਰਤਾ ਕਿਸ ਨੂੰ ਕਹਿੰਦੇ ਸਨ? ਵਿੱਤ ਮੰਤਰੀ ਨੂੰ। ਅਤੇ ਉਸ ਟਾਈਮ ਦਾ ਜਿਹੜਾ ਵਿੱਤ ਮੰਤਰੀ ਹੁੰਦਾ ਸੀ ਉਹਨੂੰ ਕੀ ਕਿਹਾ ਜਾਂਦਾ ਸੀ? ਸਮਾਹਰਤਾ ਕਿਹਾ ਜਾਂਦਾ ਸੀ। ਵਿੱਤ ਮੰਤਰੀ ਦਾ ਕੰਮ ਕੀ ਹੁੰਦਾ ਸੀ ਕਿ ਰਾਜ ਦੇ ਸਾਰੇ ਕੰਮ ਕੀ ਸੀਗੇ ਉਹਦੇ ਦੁਆਰਾ ਹੀ ਨਿਰਧਾਰਿਤ ਕੀਤੇ ਜਾਂਦੇ ਸੀਗੇ, ਠੀਕ ਆ। ਅਤੇ ਉਹ ਰਾਜ ਦੀ ਆਮਦਨ ਅਤੇ ਖਰਚ ਦਾ ਵੀ ਧਿਆਨ ਰੱਖਦਾ ਸੀਗਾ ਜਿਹੜਾ ਸਮਾਹਰਤਾ ਹੁੰਦਾ ਸੀ ਜਾਂ ਵਿੱਤ ਮੰਤਰੀ ਹੁੰਦਾ ਸੀਗਾ। ਦੰਡਪਾਲ ਕੌਣ ਹੁੰਦਾ ਸੀ? ਦੰਡਪਾਲ ਜਿਹੜਾ ਹੁੰਦਾ ਸੀ ਪੁਲਿਸ ਵਿਭਾਗ ਦਾ ਮੁਖੀ ਸੀਗਾ, ਠੀਕ ਆ। ਉਹਦਾ ਮੁੱਖ ਕੰਮ ਕੀ ਸੀਗਾ? ਰਾਜ ਵਿੱਚ ਸ਼ਾਂਤੀ ਬਣਾਈ ਰੱਖਣਾ ਅਤੇ ਅਪਰਾਧੀਆਂ ਨੂੰ ਸਜ਼ਾ ਦੇਣਾ। ਮੌਰੀਆ ਕਾਲ ਵਿੱਚ ਕਿਲ੍ਹਿਆਂ ਦਾ ਰਾਖਾ ਕੌਣ ਸੀ? ਦੁਰਗਪਾਲ। ਦੁਰਗਪਾਲ ਜਿਹੜਾ ਹੁੰਦਾ ਸੀ ਮੌਰੀਆ ਕਾਲ ਦੇ ਵਿੱਚ ਜਿਹੜੇ ਉਹਨਾਂ ਦੇ ਕਿਲ੍ਹੇ ਹੁੰਦੇ ਸੀਗੇ ਉਹਨਾਂ ਦੀ ਰਾਖੀ ਕਰਦਾ ਸੀਗਾ। ਮੌਰੀਆ ਕਾਲ ਵਿੱਚ ਕਾਰਖਾਨਿਆਂ ਦੀ ਦੇਖਭਾਲ ਕੌਣ ਕਰਦਾ ਸੀ? ਕਾਰਖਾਨਿਆਂ ਦੀ ਦੇਖਭਾਲ ਕਰਨ ਵਾਲਾ ਜਿਹੜਾ ਮੰਤਰੀ ਸੀ ਉਹ ਹੁੰਦਾ ਸੀ ਕਾਰਮਾਂਤਿਕ। ਅਮਾਤਿਆ ਕਿਸ ਵਿਭਾਗ ਦਾ ਮੁਖੀ ਸੀ? ਨਿਆਂ ਅਤੇ ਪ੍ਰਸ਼ਾਸਨ ਵਿਭਾਗ ਦਾ ਜਿਹੜਾ ਮੁਖੀ ਸੀ ਉਹਨੂੰ ਕੀ ਕਿਹਾ ਜਾਂਦਾ ਸੀ? ਅਮਾਤਿਆ ਕਿਹਾ ਜਾਂਦਾ ਸੀਗਾ। ਮੌਰੀਆ ਕਾਲ ਵਿੱਚ ਗ੍ਰਹਿ ਮੰਤਰੀ ਨੂੰ ਕੀ ਕਿਹਾ ਜਾਂਦਾ ਸੀ? ਦਵਾਰਕ। ਜਿਹੜਾ ਗ੍ਰਹਿ ਮੰਤਰੀ ਸੀ ਉਹਨੂੰ ਦਵਾਰਕ ਕਿਹਾ ਜਾਂਦਾ ਸੀਗਾ। ਮੌਰੀਆ ਕਾਲ ਵਿੱਚ ਉੱਚ ਅਧਿਕਾਰੀਆਂ ਨੂੰ ਕੀ ਕਹਿੰਦੇ ਸਨ? ਜਿਹੜੇ ਉੱਚ ਅਧਿਕਾਰੀ ਹੁੰਦੇ ਸੀ ਉਹਨਾਂ ਨੂੰ ਤੀਰਥ ਕਿਹਾ ਜਾਂਦਾ ਸੀਗਾ।
ਚੰਦਰਗੁਪਤ ਮੌਰੀਆ ਨੇ ਆਪਣੇ ਸਾਮਰਾਜ ਨੂੰ ਕਿੰਨੇ ਪ੍ਰਾਂਤਾਂ ਵਿੱਚ ਵੰਡਿਆ ਹੋਇਆ ਸੀ? 4 ਪ੍ਰਾਂਤਾਂ ਦੇ ਵਿੱਚ। ਠੀਕ ਹੈ। ਮਗਧ ਦੀ ਰਾਜਧਾਨੀ ਕੀ ਸੀ? ਪਾਟਲੀਪੁੱਤਰ। ਉੱਤਰ ਪੱਛਮੀ ਪ੍ਰਾਂਤ ਦੀ ਰਾਜਧਾਨੀ ਕੀ ਸੀ? ਤਕਸ਼ਿਲਾ। ਪੱਛਮੀ ਪ੍ਰਾਂਤ ਦੀ ਰਾਜਧਾਨੀ ਕੀ ਸੀ? ਉਜੈਨ। ਦੱਖਣੀ ਪ੍ਰਾਂਤ ਦੀ ਰਾਜਧਾਨੀ ਕੀ ਸੀ? ਸਵਰਨਗਿਰੀ। ਕਲਿੰਗ ਦੀ ਰਾਜਧਾਨੀ ਕੀ ਸੀ? ਤੋਸ਼ਾਲੀ। ਅਸ਼ੋਕ ਨੇ ਮੌਰੀਆ ਸਾਮਰਾਜ ਦਾ 5ਵਾਂ ਪ੍ਰਾਂਤ ਕਿਹੜਾ ਬਣਾਇਆ ਸੀ? ਕਲਿੰਗ ਜਿਹੜਾ ਸੀ ਉਹਨੂੰ ਜਿੱਤ ਕੇ ਉਹਨੇ ਮੌਰੀਆ ਸਾਮਰਾਜ ਦਾ 5ਵਾਂ ਪ੍ਰਾਂਤ ਬਣਾ ਲਿਆ ਸੀ। ਪਹਿਲਾਂ ਮੌਰੀਆ ਸਾਮਰਾਜ ਦੇ 4 ਪ੍ਰਾਂਤ ਸੀਗੇ। ਠੀਕ ਹੈ। ਕਿਹੜੇ ਕਿਹੜੇ ਸੀਗੇ ਉਹ? ਮਗਧ ਪ੍ਰਾਂਤ ਆ ਗਿਆ, ਉੱਤਰ ਪੱਛਮੀ ਪ੍ਰਾਂਤ ਆ ਗਿਆ, ਪੱਛਮੀ ਪ੍ਰਾਂਤ ਆ ਗਿਆ, ਦੱਖਣੀ ਪ੍ਰਾਂਤ ਆ ਗਿਆ ਅਤੇ 5ਵਾਂ ਕਲਿੰਗ ਪ੍ਰਾਂਤ। ਪ੍ਰਾਂਤ ਦੇ ਮੁਖੀ ਨੂੰ ਕੀ ਕਿਹਾ ਜਾਂਦਾ ਸੀ? ਕੁਮਾਰ। ਦੇਖੋ ਉਸ ਟਾਈਮ ਦੇ ਵਿੱਚ ਜਿਹੜੇ ਪ੍ਰਾਂਤ ਦੇ ਹੁਣ ਮੁਖੀ ਹੁੰਦੇ ਸੀ ਉਹਨੂੰ ਕੀ ਕਿਹਾ ਜਾਂਦਾ ਸੀ? ਕੁਮਾਰ ਕਿਹਾ ਜਾਂਦਾ ਸੀਗਾ। ਠੀਕ ਆ। ਆਮ ਤੌਰ 'ਤੇ ਜਿਹੜੇ ਰਾਜਕੁਮਾਰ ਹੁੰਦੇ ਸੀ ਉਹਨਾਂ ਨੂੰ ਇਸ ਅਹੁਦੇ ਉੱਤੇ ਲਗਾਇਆ ਜਾਂਦਾ ਸੀਗਾ। ਉਹਨਾਂ ਦਾ ਹੁਣ ਕੰਮ ਕੀ ਹੁੰਦਾ ਸੀ? ਵੀ ਆਪਣੇ ਪ੍ਰਾਂਤ ਵਿੱਚ ਸ਼ਾਂਤੀ ਬਣਾਈ ਰੱਖਣਾ, ਲੋਕਾਂ ਦੀ ਭਲਾਈ ਲਈ ਕੰਮ ਕਰਨਾ ਅਤੇ ਉਹਨਾਂ ਦਾ ਸਹਿਯੋਗ ਦੇਣ ਲਈ ਅੱਗੇ ਹੋਰ ਵੀ ਅਧਿਕਾਰੀ ਨਿਯੁਕਤ ਕੀਤੇ ਹੁੰਦੇ ਸੀਗੇ। ਅੱਗੇ ਹੈ ਮੌਰੀਆ ਕਾਲ ਜਿਹੜਾ ਸੀ ਉਹਦੇ ਵਿੱਚ ਜ਼ਿਲ੍ਹਿਆਂ ਨੂੰ ਕੀ ਕਿਹਾ ਜਾਂਦਾ ਸੀ? ਜਨਪਦ ਕਿਹਾ ਜਾਂਦਾ ਸੀਗਾ। ਜਨਪਦ ਦਾ ਮੁਖੀ ਕੌਣ ਹੁੰਦਾ ਸੀ? ਪ੍ਰਦੇਸ਼ਕ। ਦੇਖੋ ਮੌਰੀਆ ਸ਼ਾਸਕ ਜਿਹੜੇ ਸੀ ਉਹਨੇ ਪ੍ਰਾਂਤਾਂ ਨੂੰ ਅੱਗੇ ਜ਼ਿਲ੍ਹਿਆਂ ਵਿੱਚ ਵੰਡਿਆ ਹੋਇਆ ਸੀਗਾ ਅਤੇ ਜ਼ਿਲ੍ਹਿਆਂ ਨੂੰ ਜਨਪਦ ਕਹਿੰਦੇ ਸੀਗੇ। ਠੀਕ ਆ। ਜਨਪਦ ਦਾ ਮੁਖੀ ਕੌਣ ਹੁੰਦਾ ਸੀ? ਪ੍ਰਦੇਸ਼ਕ ਹੁੰਦਾ ਸੀਗਾ। ਹੁਣ ਜਿਹੜਾ ਜਨਪਦ ਦੇ ਹੁੰਦੇ ਸੀਗੇ ਸਮੁੱਚਾ ਉਹਦਾ ਪ੍ਰਸ਼ਾਸਨ ਹੁੰਦਾ ਸੀ, ਉਹਦੀ ਜ਼ਿੰਮੇਵਾਰੀ ਕਿਹਦੇ ਸਿਰ ਹੁੰਦੀ ਸੀਗੀ? ਪ੍ਰਦੇਸ਼ਕ ਦੇ ਸਿਰ ਹੁੰਦੀ ਸੀ ਸਾਰੀ ਜ਼ਿੰਮੇਵਾਰੀ। ਠੀਕ ਆ। ਬਟ ਉਹਦੀ ਸਹਾਇਤਾ ਦੇ ਲਈ ਕੀ ਸੀਗਾ? ਕੁਛ ਹੋਰ ਅਧਿਕਾਰੀ ਵੀ ਨਿਯੁਕਤ ਕੀਤੇ ਜਾਂਦੇ ਸੀਗੇ, ਜਿਵੇਂ ਉਹਨਾਂ ਨੂੰ ਯੁਕਤ ਜਾਂ ਰਾਜੁਕ ਕਿਹਾ ਜਾਂਦਾ ਸੀਗਾ। ਪ੍ਰਦੇਸ਼ਕ ਦਾ ਮੁੱਖ ਕੰਮ ਕੀ ਸੀ? ਇਹਦੇ ਥੋੜ੍ਹਾ ਮਿਸਪ੍ਰਿੰਟ ਹੋਇਆ। ਮੁੱਖ ਕੰਮ ਕੀ ਸੀ? ਜਨਪਦ ਦੇ ਪ੍ਰਸ਼ਾਸਨ ਦਾ ਧਿਆਨ ਰੱਖਣਾ। ਪ੍ਰਦੇਸ਼ਕ ਦੀ ਸਹਾਇਤਾ ਲਈ ਕਿਹੜੇ ਅਧਿਕਾਰੀ ਨਿਯੁਕਤ ਕੀਤੇ ਜਾਂਦੇ ਸਨ? ਰਾਜੁਕ ਅਤੇ ਯੁਕਤ। ਹੁਣ ਰਾਜੁਕ ਦਾ ਕੀ ਕੰਮ ਹੁੰਦਾ ਸੀ? ਖੇਤੀ ਅਧੀਨ ਭੂਮੀ ਦਾ ਸਰਵੇਖਣ ਅਤੇ ਲਗਾਨ ਜਿਹੜਾ ਸੀ ਇਕੱਠਾ ਕਰਨਾ। ਠੀਕ ਆ। ਇਹ ਕਿਹਦੇ ਸਿਰ 'ਤੇ ਹੁੰਦਾ ਸੀ? ਰਾਜੁਕ ਦਾ ਕੰਮ ਹੁੰਦਾ ਸੀਗਾ। ਯੁਕਤ ਕੀ ਕੰਮ ਕਰਦਾ ਸੀ? ਉਹ ਕੀ ਸੀਗਾ? ਲੇਖਾ ਅਧਿਕਾਰੀ ਸੀਗਾ। ਨਗਰ ਦੇ ਮੁਖੀ ਨੂੰ ਕੀ ਕਿਹਾ ਜਾਂਦਾ ਸੀ? ਨਗਰ ਅਧਿਅਕਸ਼ ਕਿਹਾ ਜਾਂਦਾ ਸੀਗਾ। ਨਗਰ ਅਧਿਅਕਸ਼ ਦੀ ਸਹਾਇਤਾ ਲਈ ਕਿੰਨੇ ਮੈਂਬਰੀ ਕਮੇਟੀ ਹੁੰਦੀ ਸੀ? 30 ਮੈਂਬਰੀ ਕਮੇਟੀ। 30 ਮੈਂਬਰੀ ਕਮੇਟੀ ਨੂੰ ਅੱਗੇ ਕਿੰਨੇ ਵਿਭਾਗਾਂ ਵਿੱਚ ਵੰਡਿਆ ਗਿਆ ਸੀ? 6 ਵਿਭਾਗਾਂ ਵਿੱਚ ਵੰਡਿਆ ਗਿਆ ਸੀ ਅਤੇ ਹਰੇਕ ਵਿਭਾਗ ਦੇ ਵਿੱਚ ਜਿਹੜਾ ਸੀਗਾ 5 ਵਿਅਕਤੀ ਹੁੰਦੇ ਸੀਗੇ। ਦੇਖੋ ਹੁਣ ਜਿਹੜੀ ਉਹਦੀ ਹੈਲਪ ਦੇ ਲਈ ਨਗਰ ਦੇ ਵਿੱਚ ਕਮੇਟੀ ਬਣਾਈ ਗਈ ਸੀ। ਠੀਕ ਆ। 30 ਮੈਂਬਰੀ ਕਮੇਟੀ ਸੀਗੀ, ਉਹਨੂੰ 6 ਵਿਭਾਗਾਂ ਦੇ ਵਿੱਚ ਵੰਡਿਆ ਹੋਇਆ ਸੀ ਅਤੇ ਹਰੇਕ ਦੇ ਵਿੱਚ 5 ਵਿਅਕਤੀ ਹੁੰਦੇ ਸੀਗੇ। ਹੁਣ ਇਹ ਕੀ ਕੰਮ ਕਰਦੀ ਸੀ? ਜਿਹੜੀ ਪਹਿਲੀ ਸਿੰਮਤੀ ਸੀ। ਠੀਕ ਆ। ਉਹਦਾ ਕੰਮ ਕੀ ਹੁੰਦਾ ਸੀ? ਸ਼ਿਲਪਕਾਰਾਂ ਅਤੇ ਕਾਰਖਾਨਿਆਂ ਦੀ ਦੇਖਭਾਲ ਕਰਨਾ। ਠੀਕ ਆ। ਅਤੇ ਉਹ ਕਾਰਖਾਨਿਆਂ ਵਿੱਚ ਜਿਹੜੇ ਕੰਮ ਕਰਦੇ ਸੀਗੇ ਵੱਖ-ਵੱਖ ਵਿਅਕਤੀਆਂ ਦੀ ਤਨਖਾਹ ਨਿਯਤ ਕਰਦੀ ਸੀਗੀ ਪਹਿਲੀ ਜਿਹੜੀ ਸੰਮਤੀ ਸੀਗੀ। ਇਸ ਤੋਂ ਇਲਾਵਾ ਕੀ ਸੀਗਾ ਵੀ ਉਹ ਕਾਰਖਾਨਿਆਂ ਵਿੱਚ ਬਣਨ ਵਾਲੀਆਂ ਜਿਹੜੀਆਂ ਵਸਤੂਆਂ ਹੁੰਦੀਆਂ ਸੀ ਉਹਨਾਂ ਦੀ ਵੀ ਨਿਗਰਾਨੀ ਰੱਖਦੀ ਸੀਗੀ। ਹੁਣ ਜਿਹੜੀ ਦੂਸਰੀ ਪਾਰਟੀ ਸੀ, ਠੀਕ ਆ, ਦੂਸਰੀ ਸਿੰਮਤੀ ਸੀਗੀ, ਉਹਦਾ ਕੰਮ ਕੀ ਸੀਗਾ ਵੀ ਭਾਰਤ ਵਿੱਚ ਰਹਿ ਰਹੇ ਜਾਂ ਵਪਾਰ ਲਈ ਜਿਹੜੇ ਮਤਲਬ ਵਿਦੇਸ਼ਾਂ ਤੋਂ ਆਏ ਹੋਏ ਨੇ, ਠੀਕ ਆ, ਵਿਦੇਸ਼ੀ ਨੇ, ਉਹਨਾਂ ਦੇ ਹਿੱਤਾਂ ਦੀ ਰੱਖਿਆ ਕਰਨਾ। ਹੁਣ ਜਿਹੜੀ ਤੀਜੀ ਸੰਮਤੀ ਸੀਗੀ ਉਹਦਾ ਕੀ ਕੰਮ ਸੀਗਾ? ਜਨਮ ਮਰਨ ਦਾ ਵੇਰਵਾ ਰੱਖਦੀ ਸੀਗੀ ਉਹ। ਫਿਰ ਆ ਗਈ ਚੌਥੀ ਸੰਮਤੀ। ਇਹ ਕੀ ਸੀਗਾ? ਵਪਾਰ ਦੇ ਸੰਬੰਧੀ ਨਿਯਮ ਬਣਾਉਂਦੀ ਸੀ, ਉਹਨਾਂ ਨੂੰ ਲਾਗੂ ਕਰਵਾਉਂਦੀ ਸੀਗੀ। ਠੀਕ ਆ। ਜਿਹੜੇ ਉਲੰਘਣਾ ਕਰਨ ਵਾਲੇ ਹੁੰਦੇ ਸੀ ਉਹਨਾਂ ਨੂੰ ਕੀ ਸੀਗਾ? ਸਖਤ ਸਜ਼ਾਵਾਂ ਦਿੱਤੀਆਂ ਜਾਂਦੀਆਂ ਸੀਗੀਆਂ। ਇਹ ਤੋਂ ਬਾਅਦ ਜਿਹੜੀ ਪੰਜਵੀਂ ਸੰਮਤੀ ਬਣੀ ਆ ਉਹਦੇ ਵਿੱਚ ਕੀ ਸੀਗਾ ਕਿ ਉਹਨਾਂ ਦਾ ਕੰਮ ਕਾਰਖਾਨਿਆਂ ਵਿੱਚ ਬਣਨ ਵਾਲੀਆਂ ਵਸਤੂਆਂ ਦਾ ਨਿਰੀਖਣ ਕਰਨਾ ਹੁੰਦਾ ਸੀ। ਜੇ ਕਿਸੇ ਵਸਤੂ ਵਿੱਚ ਕਿਸੇ ਤਰ੍ਹਾਂ ਦੀ ਕੋਈ ਮਿਲਾਵਟ ਹੋਈ ਮਿਲਦੀ ਸੀਗੀ, ਠੀਕ ਆ, ਤਾਂ ਉਹ ਸੰਬੰਧਿਤ ਅਧਿਕਾਰੀ ਨੂੰ ਕੀ ਸੀਗਾ? ਸਖਤ ਸਜ਼ਾ ਦਿੱਤੀ ਜਾਂਦੀ ਸੀਗੀ ਉਸ ਸੰਮਤੀ ਦੇ ਵੱਲੋਂ। ਜਿਹੜੀ 6ਵੀਂ ਸੰਮਤੀ ਸੀ ਉਹ ਕੀ ਸੀਗਾ? ਵਿਕਰੀ ਕਰ ਜਿਹੜਾ ਸੀ ਉਹਨੂੰ ਇਕੱਠਾ ਕਰਦੀ ਸੀਗੀ। ਕਰ ਇਕੱਠਾ ਕਰਨ ਤੋਂ ਬਾਅਦ ਤੋਂ ਬਿਨਾਂ ਕੀ ਸੀਗਾ ਵੀ ਇਸ ਤੋਂ ਇਲਾਵਾ ਜਿਹੜੀਆਂ ਸਾਰੀਆਂ ਸੰਮਤੀਆਂ ਸੀ ਇਹ ਮਿਲ ਕੇ ਨਗਰ ਦੀਆਂ ਜਿਹੜੀਆਂ ਪ੍ਰਸਿੱਧ ਇਮਾਰਤਾਂ ਹੁੰਦੀਆਂ ਸੀਗੀਆਂ, ਬਾਜ਼ਾਰ ਹੁੰਦੇ ਸੀ, ਮੰਦਰ ਹੁੰਦੇ ਸੀਗੇ, ਠੀਕ ਆ, ਜਾਂ ਹੋਰ ਕੋਈ ਵੀ ਲੋਕ ਭਲਾਈ ਦੇ ਜਿਹੜੇ ਥਾਂ ਹੁੰਦੇ ਸੀਗੇ ਉਹਨਾਂ ਸਾਰਿਆਂ ਦਾ ਵੀ ਪ੍ਰਬੰਧ ਕਰਦੀ ਸੀਗੀ। ਠੀਕ ਹੈ। ਅੱਗੇ ਹੈ ਮੌਰੀਆ ਕਾਲ ਦੇ ਜਾਸੂਸ ਕਿੰਨੀ ਪ੍ਰਕਾਰ ਦੇ ਸਨ? 2 ਪ੍ਰਕਾਰ ਦੇ ਸਨ। ਜਾਸੂਸ ਕਿਹੜੇ 2 ਪ੍ਰਕਾਰ ਦੇ ਸਨ? ਸੰਸਥਾਨ ਅਤੇ ਸੰਚਾਰ। ਸੰਸਥਾਨ ਕੌਣ ਸਨ? ਜਿਹੜੇ ਜਾਸੂਸ ਇੱਕ ਥਾਂ 'ਤੇ ਰਹਿੰਦੇ ਸਨ ਉਹਨਾਂ ਨੂੰ ਕੀ ਕਹਿੰਦੇ ਸੀਗੇ? ਸੰਸਥਾਨ ਕਿਹਾ ਜਾਂਦਾ ਸੀਗਾ।
ਸੰਚਾਰ ਕੌਣ ਸਨ? ਜਿਹੜੇ ਜਾਸੂਸ ਘੁੰਮਦੇ ਰਹਿੰਦੇ ਸੀਗੇ, ਠੀਕ ਆ, ਘੁੰਮ ਫਿਰ ਕੇ ਇਨਫੋਰਮੇਸ਼ਨ ਇਕੱਠੀ ਕਰਦੇ ਸੀ ਉਹਨਾਂ ਨੂੰ ਸੰਚਾਰ ਕਹਿੰਦੇ ਸੀ। ਜਿਹੜੇ ਇੱਕ ਜਗ੍ਹਾ ਰਹਿ ਕੇ ਇਨਫੋਰਮੇਸ਼ਨ ਇਕੱਠੀ ਕਰਦੇ ਸੀ ਉਹਨਾਂ ਨੂੰ ਸੰਸਥਾਨ ਕਹਿੰਦੇ ਸੀਗੇ। ਅੱਗੇ ਹੈ ਹੁਣ ਜਿਹੜਾ ਸਥਾਨਕ ਸ਼ਾਸਨ ਪ੍ਰਬੰਧ ਆ, ਠੀਕ ਆ, ਜਿਵੇਂ ਆਪਾਂ ਹੁਣ ਕਹਿ ਦਈਏ ਵੀ ਜਨਪਦ ਸੀਗਾ, ਉਹਨੂੰ ਵੀ ਅੱਗੇ ਕਈ ਭਾਗਾਂ ਦੇ ਵਿੱਚ ਵੰਡਿਆ ਹੋਇਆ ਸੀਗਾ, ਠੀਕ ਆ। ਹਰੇਕ ਭਾਗ ਦੇ ਵਿੱਚ 5 ਤੋਂ 10 ਪਿੰਡ ਹੁੰਦੇ ਸੀਗੇ। ਉਹਨਾਂ ਨੂੰ ਗੋਪ ਅਤੇ ਸਥਾਨਕ ਜਿਹੜੇ ਸੀਗੇ ਉਹਨਾਂ ਨੂੰ ਪਿੰਡ ਕਿਹਾ ਜਾਂਦਾ ਸੀਗਾ, ਠੀਕ ਆ। ਪਿੰਡਾਂ ਦੇ ਵਿੱਚ ਜਦੋਂ ਵੰਡ ਤਾਂ ਉਹਨਾਂ ਦੇ ਫਿਰ ਅਧਿਕਾਰੀ ਹੁੰਦੇ ਸੀਗੇ। ਗੋਪ ਜਿਹੜਾ ਹੁੰਦਾ ਸੀ ਉਹਦਾ ਕੰਮ ਹੁੰਦਾ ਸੀਗਾ ਜਿਵੇਂ ਭੂਮੀ ਅਤੇ ਖੇਤੀਬਾੜੀ ਨਾਲ ਸੰਬੰਧਿਤ ਸਾਰੇ ਰਿਕਾਰਡ ਰੱਖਣਾ, ਠੀਕ ਆ। ਫਿਰ ਜਿਹੜਾ ਸਥਾਨਕ ਹੁੰਦਾ ਸੀ ਉਹ ਭੂਮੀ ਦਾ ਲਗਾਨ ਇਕੱਠਾ ਕਰਨਾ ਹੁੰਦਾ ਸੀਗਾ, ਅਤੇ ਪਿੰਡ ਦਾ ਜਿਹੜਾ ਮੁਖੀ ਹੁੰਦਾ ਸੀਗਾ ਉਹ ਗ੍ਰਾਮਿਕ ਹੁੰਦਾ ਸੀਗਾ। ਇਸ ਤਰ੍ਹਾਂ ਜਿਹੜਾ ਸੀਗਾ ਪੰਚਾਇਤ ਜਿਹੜਾ ਸੀ ਇਹਨਾਂ ਦੀ ਹੈਲਪ ਕਰਦੀ ਸੀਗੀ। ਇਹ ਸਥਾਨਕ ਸ਼ਾਸਨ ਪ੍ਰਬੰਧ ਸੀ ਉਹਨਾਂ ਦਾ ਛੋਟੇ ਪੱਧਰ 'ਤੇ। ਅੱਗੇ ਆਪਾਂ ਦੇਖਦੇ ਹਾਂ ਪਿੰਡ ਦੇ ਮੁਖੀ ਨੂੰ ਕੀ ਕਿਹਾ ਜਾਂਦਾ ਸੀ? ਗ੍ਰਾਮਿਕ। ਪਿੰਡਾਂ ਦੇ ਪ੍ਰਬੰਧ ਲਈ ਕਿਸ ਨੂੰ ਨਿਯੁਕਤ ਕੀਤਾ ਜਾਂਦਾ ਸੀ? ਗੋਪ ਅਤੇ ਸਥਾਨਿਕ ਨੂੰ। ਮੌਰੀਆ ਸਾਮਰਾਜ ਦੀ ਆਮਦਨ ਦਾ ਮੁੱਖ ਸਾਧਨ ਕੀ ਸੀ? ਭੂਮੀ ਕਰ। ਭੂਮੀ ਕਰ ਕਿਸ ਆਧਾਰ 'ਤੇ ਨਿਸ਼ਚਿਤ ਕੀਤਾ ਜਾਂਦਾ ਸੀ? ਭੂਮੀ ਦੀ ਉਪਜਾਊ ਸ਼ਕਤੀ ਦੇ ਆਧਾਰ 'ਤੇ। ਮੌਰੀਆ ਕਾਲ ਵਿੱਚ ਭੂਮੀ ਕਰ ਕਿੰਨਾ ਲਿਆ ਜਾਂਦਾ ਸੀ? 1/6 ਤੋਂ 1/4 ਭਾਗ। ਮੌਰੀਆ ਸ਼ਾਸਕ ਧਨ ਕਿਵੇਂ ਇਕੱਠਾ ਕਰਦੇ ਸਨ? ਖੇਤੀਬਾੜੀ, ਜੰਗਲਾਂ, ਖਾਣਾਂ ਅਤੇ ਅਮੀਰ ਲੋਕਾਂ 'ਤੇ ਲਗਾਏ ਗਏ ਕਰਾਂ ਤੋਂ, ਚੁੰਗੀ ਕਰਾਂ ਤੋਂ, ਜੁਰਮਾਨਿਆਂ ਅਤੇ ਤੋਹਫਿਆਂ ਆਦਿ ਤੋਂ ਜਿਹੜਾ ਸੀ ਧਨ ਇਕੱਠਾ ਕਰਦੇ ਸਨ। ਭੂਮੀ ਕਰ ਨੂੰ ਕਿਸ ਨਾਂ ਨਾਲ ਜਾਣਿਆ ਜਾਂਦਾ ਸੀ? ਭਾਗ। ਦੇਖੋ ਮੌਰੀਆ ਸ਼ਾਸਕਾਂ ਦਾ ਕੀ ਸੀਗਾ ਵੀ ਵਿੱਤੀ ਪ੍ਰਬੰਧ ਕਾਫੀ ਚੰਗਾ ਸੀਗਾ, ਠੀਕ ਆ। ਸਾਮਰਾਜ ਦੀ ਜਿਹੜੀ ਆਮਦਨ ਦਾ ਮੁੱਖ ਸੋਮਾ ਜਿਹੜਾ ਸੀਗਾ ਉਹ ਕੀ ਸੀਗਾ? ਭੂਮੀ ਕਰ ਸੀਗਾ। ਅਤੇ ਭੂਮੀ ਕਰ ਜਿਹੜਾ ਸੀਗਾ ਉਹ ਕਿਵੇਂ ਲਿਆ ਜਾਂਦਾ ਸੀ ਕਿ ਭੂਮੀ ਦੀ ਉਪਜਾਊ ਸ਼ਕਤੀ ਦੇ ਆਧਾਰ 'ਤੇ 1/6 ਤੋਂ ਲੈ ਕੇ 1/4 ਦੇ ਵਿੱਚ ਜਿਹੜਾ ਸੀ ਭੂਮੀ ਕਰ ਲਿਆ ਜਾਂਦਾ ਸੀ। ਜਿਹੜਾ ਭੂਮੀ ਕਰ ਲਿਆ ਜਾਂਦਾ ਸੀ ਉਹਨੂੰ ਕੀ ਕਹਿੰਦੇ ਸੀ? ਭਾਗ ਕਹਿੰਦੇ ਸੀਗੇ, ਠੀਕ ਆ। ਇਹ ਤੋਂ ਬਿਨਾਂ ਕੀ ਸੀ ਕਿ ਮੌਰੀਆ ਸ਼ਾਸਕ ਜਿਹੜੇ ਸੀਗੇ ਉਹ ਖੇਤੀਬਾੜੀ ਦੀ ਮਤਲਬ ਪੈਦਾਵਾਰ ਜਿਹੜਾ ਸੀ ਵਧਾਉਣ ਦੇ ਵਿੱਚ ਵੀ ਕਾਫੀ ਸਹੂਲਤਾਂ ਪ੍ਰਦਾਨ ਕਰਦੇ ਸੀਗੇ ਲੋਕਾਂ ਨੂੰ। ਅਤੇ ਇਹਦਾ ਕੀ ਨਤੀਜਾ ਨਿਕਲਿਆ ਕਿ ਮੌਰੀਆ ਕਾਲ ਵਿੱਚ ਫਸਲਾਂ ਦੀ ਜਿਹੜੀ ਸੀ ਪੈਦਾਵਾਰ ਕਾਫੀ ਵਧੀਆ ਹੁੰਦੀ ਸੀਗੀ। ਇਹ ਤੋਂ ਇਲਾਵਾ ਕੀ ਸੀਗਾ ਵੀ ਮੌਰੀਆ ਸ਼ਾਸਕ ਜਿਹੜੇ ਸੀ ਵੱਖ-ਵੱਖ ਕਿੱਤੇ ਹੋ ਗਏ, ਜਿਵੇਂ ਆਪਾਂ ਪੜ੍ਹੀਏ, ਠੀਕ ਆ। ਜੰਗਲ ਹੋ ਗਏ, ਖਾਣਾ ਹੋ ਗਈਆਂ, ਅਮੀਰ ਲੋਕ ਹੋ ਗਏ, ਚੁੰਗੀਕਾਰ ਹੋ ਗਏ, ਜੁਰਮਾਨੇ ਹੋ ਗਏ, ਤੋਹਫੇ ਹੋ ਗਏ, ਇਹਨਾਂ ਸਾਰਿਆਂ ਤੋਂ ਵੀ ਧਨ ਇਕੱਠਾ ਕਰਦੇ ਸੀਗੇ। ਕਰ ਇਕੱਠਾ ਕਰਨ ਦੇ ਸਮੇਂ ਕਹਿੰਦੇ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖਿਆ ਜਾਂਦਾ ਸੀ ਵੀ ਜਿਹੜੇ ਲੋਕ ਸੀ ਉਹਨਾਂ ਤੋਂ ਅਣਉਚਿਤ ਕਰ ਇਕੱਠਾ ਨਾ ਕੀਤਾ ਜਾਵੇ, ਠੀਕ ਆ। ਅਤੇ ਨਾਲ ਹੀ ਕੀ ਸੀਗਾ ਰਾਜ ਦੀ ਆਮਦਨ ਨੂੰ ਰਾਜੇ ਹੋ ਗਏ, ਮੰਤਰੀਆਂ, ਸੈਨਿਕ, ਰਾਜ ਦੇ ਕਰਮਚਾਰੀਆਂ, ਸਿੰਚਾਈ, ਦਾਨ, ਸੜਕਾਂ, ਹਸਪਤਾਲਾਂ, ਲੋਕ ਭਲਾਈ ਦੇ ਕੰਮਾਂ, ਇਹਨਾਂ ਚੀਜ਼ਾਂ ਵਿੱਚ ਖਰਚ ਕੀਤਾ ਜਾਂਦਾ ਸੀਗਾ ਸਾਰੀ ਆਮਦਨ ਨੂੰ। ਅੱਗੇ ਹੈ ਅਸ਼ੋਕ ਨੇ ਹਰੇਕ ਸਾਲ ਦੇ ਕਿੰਨੇ ਦਿਨ ਨਿਸ਼ਚਿਤ ਕੀਤੇ ਜਦੋਂ ਪਸ਼ੂਆਂ ਦੀ ਹੱਤਿਆ ਨਹੀਂ ਕੀਤੀ ਜਾਂਦੀ ਸੀ? 56 ਦਿਨ। ਕਲਿੰਗ ਦੀ ਰਾਜਧਾਨੀ ਦਾ ਨਾਂ ਕੀ ਸੀ? ਤੋਸ਼ਾਲੀ। ਅਸ਼ੋਕ ਨੇ ਧਰਮ ਪ੍ਰਚਾਰ ਲਈ ਕਿਹੜੇ ਅਧਿਕਾਰੀ ਨਿਯੁਕਤ ਕੀਤੇ? ਧਰਮ ਮਹਾਮਾਤਰ। ਅਸ਼ੋਕ ਨੇ ਸ਼੍ਰੀਲੰਕਾ ਵਿੱਚ ਧਰਮ ਪ੍ਰਚਾਰ ਲਈ ਕਿਸ ਨੂੰ ਭੇਜਿਆ? ਆਪਣੇ ਪੁੱਤਰ ਮਹਿੰਦਰ ਅਤੇ ਪੁੱਤਰੀ ਸੰਘਮਿੱਤਰਾ ਨੂੰ ਜਿਹੜਾ ਸੀ ਬੁੱਧ ਧਰਮ ਦਾ ਪ੍ਰਚਾਰ ਕਰਨ ਦੇ ਲਈ ਸ਼੍ਰੀਲੰਕਾ ਭੇਜਿਆ ਸੀ। ਅਸ਼ੋਕ ਨੇ ਕਿਹੜੇ 2 ਨਗਰਾਂ ਦਾ ਨਿਰਮਾਣ ਕਰਵਾਇਆ? ਸ਼੍ਰੀਨਗਰ ਅਤੇ ਲਲਿਤਾਪਟਨਮ ਦਾ। ਅਸ਼ੋਕ ਨੇ ਕਿੰਨੇ ਸਤੂਪ ਬਣਵਾਏ? 84,000 ਸਤੂਪ। ਮੈਗਾਥਰੀਜ਼ ਅਨੁਸਾਰ ਮੌਰੀਆ ਕਾਲ ਵਿੱਚ ਕਿੰਨੀਆਂ ਜਾਤੀਆਂ ਸਨ? 7 ਜਾਤੀਆਂ। ਜਾਵੇ ਤਾਂ ਜਿਹੜਾ ਭਾਰਤੀ ਸਮਾਜ ਆ, ਠੀਕ ਆ, ਉਹ 4 ਜਾਤੀਆਂ ਦੇ ਵਿੱਚ ਵੰਡਿਆ ਹੋਇਆ ਕਿਹੜੀਆਂ? ਬ੍ਰਾਹਮਣ, ਕਸ਼ੱਤਰੀ, ਵੈਸ਼ ਅਤੇ ਸ਼ੂਦਰ। ਬਟ ਜਿਹੜਾ ਮੌਰੀਆ ਸਮਾਜ ਸੀਗਾ, ਠੀਕ ਆ, ਮੈਗਾਥਨੀਜ਼ ਦੇ ਅਕੋਰਡਿੰਗ ਕੀ ਸੀ ਉਹਨੂੰ 7 ਭਾਗਾਂ ਦੇ ਵਿੱਚ ਵੰਡਿਆ ਹੋਇਆ ਸੀਗਾ, ਠੀਕ ਆ। ਉਹ ਕਿਹੜੇ 7 ਭਾਗਾਂ ਦੇ ਵਿੱਚ ਵੰਡਿਆ ਹੋਇਆ ਸੀਗਾ? ਜਿਵੇਂ ਪਹਿਲੇ ਨੰਬਰ 'ਤੇ ਆ ਗਏ ਦਾਰਸ਼ਨਿਕ, ਫਿਰ ਕਿਸਾਨ ਹੋ ਗਏ, ਫਿਰ ਸ਼ਿਕਾਰੀ, ਵਪਾਰੀ ਅਤੇ ਸ਼ਿਲਪਕਾਰ ਹੋ ਗਏ, ਸੈਨਿਕ ਹੋ ਗਏ, ਮੰਤਰੀ ਹੋ ਗਏ, ਤੋਂ ਬਿਨਾਂ ਕੀ ਆ ਭੇਡ ਬੱਕਰੀਆਂ ਚਰਾਉਣ ਵਾਲੇ ਹੋ ਗਏ, ਠੀਕ ਆ। ਇਹਨਾਂ ਜਿਹੜਾ ਸੀ 7 ਭਾਗਾਂ ਦੇ ਵਿੱਚ ਮੈਗਾਥਨੀਜ਼ ਦੇ ਅਕੋਰਡਿੰਗ ਵੰਡਿਆ ਹੋਇਆ ਸੀ। ਮੌਰੀਆ ਕਾਲ ਵਿੱਚ ਕਿਹੜਾ ਉਦਯੋਗ ਸਭ ਤੋਂ ਵੱਧ ਪ੍ਰਸਿੱਧ ਸੀ? ਤਾਂ ਉਹ ਸੀਗਾ ਕੱਪੜਾ ਉਦਯੋਗ। ਮੌਰੀਆ ਕਾਲ ਵਿੱਚ ਵਪਾਰੀਆਂ ਦੀਆਂ ਸ਼੍ਰੇਣੀਆਂ ਦੀ ਅਗਵਾਈ ਕੌਣ ਕਰਦਾ ਸੀ? ਜੇਠਕ। ਮੌਰੀਆ ਸਾਮਰਾਜ ਦੀ ਰਾਜਧਾਨੀ ਦਾ ਨਾਂ ਕੀ ਸੀ? ਪਾਟਲੀਪੁੱਤਰ। ਅੱਗੇ ਹੈ ਮੌਰੀਆ ਕਾਲ ਵਿੱਚ ਸੋਨੇ ਦੇ ਸਿੱਕੇ ਦਾ ਨਾਂ ਕੀ ਸੀ? ਤਾਂ ਉਹ ਸੀ ਸਵਰਨ। ਮੌਰੀਆ ਕਾਲ ਵਿੱਚ ਚਾਂਦੀ ਦੇ ਸਿੱਕੇ ਦਾ ਨਾਂ ਕੀ ਸੀ? ਪਣ।
ਮੌਰੀਆ ਕਾਲ ਵਿੱਚ ਤਾਂਬੇ ਦੇ ਸਿੱਕੇ ਦਾ ਨਾਂ ਕੀ ਸੀ? ਮਾਸਕ। ਮੌਰੀਆ ਕਾਲ ਦੇ ਪ੍ਰਸਿੱਧ ਵਿਸ਼ਵ ਵਿਦਿਆਲੇ ਕਿਹੜੇ ਸਨ? ਤਕਸ਼ਿਲਾ ਅਤੇ ਬਨਾਰਸ। ਦੇਖੋ ਮੌਰੀਆ ਕਾਲ ਵਿੱਚ ਕੀ ਸੀ ਵੀ ਸਿੱਖਿਆ ਦਾ ਪ੍ਰਸਾਰ ਆ, ਠੀਕ ਆ, ਉਹਨੂੰ ਪੂਰੀ ਸਰਪ੍ਰਸਤੀ ਦਿੱਤੀ ਗਈ ਸੀਗੀ ਉਹਨਾਂ ਸ਼ਾਸਕਾਂ ਦੇ ਵੱਲੋਂ। ਇਹਦੇ ਵਿੱਚ ਕੀ ਸੀ ਕਿ ਮੌਰੀਆ ਕਾਲ ਵਿੱਚ ਪੜ੍ਹੇ ਲਿਖੇ ਲੋਕਾਂ ਦੀ ਗਿਣਤੀ ਬਹੁਤ ਸੀਗੀ, ਠੀਕ ਆ। ਇਸ ਦਾ ਕਾਰਨ ਕੀ ਸੀਗਾ ਵੀ ਅਸ਼ੋਕ ਜਿਹੜਾ ਸੀ ਉਹਨੇ ਆਮ ਜਨਤਾ ਦੇ ਪੜ੍ਹਨ ਲਈ ਸ਼ਿਲਾਲੇਖ ਅਤੇ ਸਤੰਭ ਲੇਖਾਂ ਜਿਹੜੇ ਸੀਗੇ, ਠੀਕ ਆ, ਸ਼ਾਹੀ ਦੇਸਾਂ ਨੂੰ ਉਕਰਾਇਆ ਹੋਇਆ ਸੀਗਾ। ਫਿਰ ਆਮ ਸਿੱਖਿਆ ਜਿਹੜੀ ਸੀ ਗੁਰੂਕੁਲਾਂ ਅਤੇ ਬਿਹਾਰਾਂ ਵਿੱਚ ਦਿੱਤੀ ਜਾਂਦੀ ਸੀਗੀ, ਠੀਕ ਆ। ਉਚੇਰੀ ਸਿੱਖਿਆ ਦੇ ਕੇਂਦਰ ਕਿਹੜੇ ਸੀਗੇ? ਜਿਹੜੇ ਆਪਾਂ ਹੁਣ ਦੋਨੇ ਪੜ੍ਹ ਕੇ ਹਟੇ ਆ, ਤਕਸ਼ਿਲਾ ਅਤੇ ਬਨਾਰਸ, ਠੀਕ ਆ। ਇਹ ਜਿਹੜੇ ਸੀਗੇ ਪੂਰੀ ਦੁਨੀਆ ਦੇ ਵਿੱਚ ਫੇਮਸ ਵਿਸ਼ਵ ਵਿਦਿਆਲੇ ਸੀਗੇ ਮੌਰੀਆ ਕਾਲ ਦੇ ਵਿੱਚ। ਇਸ ਲਈ ਇੱਥੇ ਕੀ ਸੀਗਾ, ਸਿੱਖਿਆ ਪ੍ਰਾਪਤ ਕਰਨ ਲਈ ਵਿਦੇਸ਼ਾਂ ਤੋਂ ਵੀ ਵਿਦਿਆਰਥੀ ਆਉਂਦੇ ਸੀਗੇ, ਠੀਕ ਆ। ਅਤੇ ਇੱਥੇ ਜਿਹੜਾ ਦਾਖਲਾ ਸੀ ਬਹੁਤ ਮੁਸ਼ਕਿਲ ਨਾਲ ਮਿਲਦਾ ਸੀ। ਫਿਰ ਇੱਥੇ ਕੀ ਕੀ ਪੜ੍ਹਾਇਆ ਜਾਂਦਾ ਸੀ? ਵਿਗਿਆਨ ਹੋ ਗਈ, ਚਿਕਿਤਸਾ ਹੋ ਗਿਆ, ਰਾਜਨੀਤੀ, ਜੋਤਿਸ਼ ਸ਼ਾਸਤਰ, ਵਿਆਕਰਨ, ਗਣਿਤ, ਇਹ ਸਾਰੇ ਵਿਸ਼ੇ ਜਿਹੜੇ ਸੀਗੇ ਇੱਥੇ ਪੜ੍ਹਾਏ ਜਾਂਦੇ ਸੀਗੇ। ਕਿਸਨੇ ਮੌਰੀਆ ਦੀ ਨਿਆਂ ਵਿਵਸਥਾ ਦੀ ਕਾਫੀ ਪ੍ਰਸ਼ੰਸਾ ਕੀਤੀ ਹੈ? ਜਿਹੜਾ ਮੈਗਾਥਨੀਜ਼ ਹੈ ਨਾ, ਮੈਗਾਥਨੀਜ਼, ਉਹਨੇ ਮੌਰੀਆ ਕਾਲ ਦੇ ਜਿਹੜੇ ਮਤਲਬ ਸ਼ਾਸਕ ਨੇ ਉਹਨਾਂ ਦੀ ਨਿਆਂ ਵਿਵਸਥਾ ਦੀ ਕਾਫੀ ਪ੍ਰਸ਼ੰਸਾ ਕੀਤੀ ਆ। ਉਹ ਕੀ ਸੀਗਾ? ਨਿਆਂ ਪਸੰਦ ਸ਼ਾਸਕ ਸੀਗੇ ਮੌਰੀਆ ਸ਼ਾਸਕ ਸਾਰੇ। ਅਤੇ ਪ੍ਰਜਾ ਨੂੰ ਨਿਆਂ ਦੇਣ ਲਈ ਕੀ ਸੀਗਾ, ਉਹਨਾਂ ਨੇ ਰਾਜ ਭਰ ਵਿੱਚ ਕਈ ਤਰ੍ਹਾਂ ਦੀਆਂ ਅਦਾਲਤਾਂ ਸਥਾਪਿਤ ਕੀਤੀਆਂ ਹੋਈਆਂ ਸੀਗੀਆਂ, ਠੀਕ ਆ। ਉਹ ਆਪ ਕੀ ਸੀਗਾ ਕਿ ਰਾਜ ਦੇ ਵੱਖ-ਵੱਖ ਹਿੱਸਿਆਂ ਦਾ ਦੌਰਾ ਕਰਕੇ ਪ੍ਰਜਾ ਦੇ ਜਿਹੜੇ ਦੁੱਖ ਤਕਲੀਫ ਸੀਗੇ ਉਹਨਾਂ ਨੂੰ ਦੂਰ ਕਰਦੇ ਸੀਗੇ, ਠੀਕ ਆ। ਕੋਈ ਵੀ ਵਿਅਕਤੀ ਜਿਹੜਾ ਸੀ ਠੀਕ ਨਿਆਂ ਮਿਲਣ 'ਤੇ ਰਾਜੇ ਕੋਲ ਅਪੀਲ ਕਰ ਸਕਦਾ ਸੀਗਾ ਅਤੇ ਰਾਜੇ ਦਾ ਜਿਹੜਾ ਫੈਸਲਾ ਹੁੰਦਾ ਸੀ ਉਹਨੂੰ ਹੀ ਅੰਤਿਮ ਸਮਝਿਆ ਜਾਂਦਾ ਸੀਗਾ। ਮੌਰੀਆ ਕਾਲ ਵਿੱਚ ਫਿਰ ਜਿਹੜੇ ਅਪਰਾਧੀ ਹੁੰਦੇ ਸੀ ਉਹਨਾਂ ਨੂੰ ਬੜੀਆਂ ਸਖਤ ਸਜ਼ਾਵਾਂ ਦਿੱਤੀਆਂ ਜਾਂਦੀਆਂ ਸੀਗੀਆਂ। ਛੋਟੇ ਮੋਟੇ ਜਿਹੜੇ ਅਪਰਾਧ ਹੁੰਦੇ ਸੀ ਉਹਨਾਂ ਲਈ ਤਾਂ ਜੁਰਮਾਨੇ ਕੀਤੇ ਜਾਂਦੇ ਸੀ, ਠੀਕ ਆ। ਜਿਹੜੇ ਵੱਡੇ ਅਪਰਾਧ ਹੁੰਦੇ ਸੀ ਉਹਨਾਂ ਲਈ ਕੀ ਸੀਗਾ, ਮੌਤ ਦੀ ਸਜ਼ਾ ਦਿੱਤੀ ਜਾਂਦੀ ਸੀਗੀ। ਮੌਰੀਆ ਕਾਲ ਵਿੱਚ ਜਿਹੜੀ ਕਾਨੂੰਨ ਵਿਵਸਥਾ ਸੀ ਕਹਿੰਦੇ ਇੰਨੀ ਚੰਗੀ ਸੀ ਕਿ ਰਾਜ ਵਿੱਚ ਜਿਹੜੇ ਅਪਰਾਧ ਦੀਆਂ ਵਾਰਦਾਤਾਂ ਸੀਗੀਆਂ ਬਹੁਤ ਘੱਟ ਹੁੰਦੀਆਂ ਸੀਗੀਆਂ, ਠੀਕ ਆ। ਆਮ ਕਰਕੇ ਕਹਿੰਦੇ ਲੋਕ ਕੀ ਸੀਗਾ ਆਪਣੇ ਘਰਾਂ ਨੂੰ ਖੁੱਲ੍ਹਾ ਛੱਡ ਕੇ ਬਾਹਰ ਚਲੇ ਜਾਂਦੇ ਸੀ। ਤਾਂ ਕਰਕੇ ਜਿਹੜਾ ਮੈਗਾਥਨੀਜ਼ ਆ ਉਹਨੇ ਮਤਲਬ ਉਹਨਾਂ ਦੇ ਨਿਆਂ ਵਿਵਸਥਾ ਦੀ ਪ੍ਰਸ਼ੰਸਾ ਕੀਤੀ ਆ। ਮੌਰੀਆ ਸ਼ਾਸਕਾਂ ਦੀ ਸਫਲਤਾ ਦਾ ਆਧਾਰ ਕੀ ਸੀਗਾ? ਵਧੀਆ ਜਾਸੂਸੀ ਪ੍ਰਬੰਧ। ਫਿਰ ਅੱਗੇ ਦੇਖੋ ਉਹਨਾਂ ਦੀ ਕਹਿੰਦੇ ਸਫਲਤਾ ਦਾ ਮੁੱਖ ਆਧਾਰ ਕੀ ਸੀਗਾ? ਵਧੀਆ ਜਾਸੂਸੀ ਪ੍ਰਬੰਧ ਸੀਗਾ। ਹੁਣ ਇਹ ਕਿਵੇਂ ਸੀਗਾ ਵੀ ਚੰਦਰਗੁਪਤ ਮੌਰੀਆ ਨੇ ਕੀ ਸੀਗਾ, ਸਾਰੇ ਸਾਮਰਾਜ ਵਿੱਚ ਜਾਸੂਸਾਂ ਦਾ ਪੂਰਾ ਜਾਲ ਵਿਛਾ ਕੇ ਰੱਖਿਆ ਹੋਇਆ ਸੀਗਾ। ਉਹ ਰਾਜਕੁਮਾਰ ਹੋ ਗਏ, ਠੀਕ ਆ, ਸਰਕਾਰੀ ਅਫਸਰ ਹੋ ਗਏ ਜਾਂ ਸੰਬੰਧੀ ਸਮਰਾਟ ਨੂੰ ਜਿਹੜੇ ਕੀ ਸੀਗਾ ਇਹਨਾਂ ਸਾਰਿਆਂ ਨਾਲ ਰਿਲੇਟਡ ਉਹ ਜਿੰਨੇ ਵੀ ਅਫਸਰ ਹੁੰਦੇ ਸੀ ਜਾਂ ਰਾਜਕੁਮਾਰ ਹੁੰਦੇ ਸੀਗੇ, ਇਨਫੋਰਮੇਸ਼ਨ ਸਾਰੀ ਜਿਹੜੀ ਸੀ ਸਮਰਾਟ ਤੱਕ ਪਹੁੰਚਾ ਦਿੰਦੇ ਸੀਗੇ। ਨਾਲ ਹੀ ਉਹ ਕੀ ਸੀਗਾ ਆਮ ਜਨਤਾ ਦੇ ਜਿਹੜੇ ਕੰਮ ਹੁੰਦੇ ਸੀ ਉਹਨਾਂ 'ਤੇ ਵੀ ਨਿਗਰਾਨੀ ਰੱਖਦੇ ਸੀਗੇ, ਠੀਕ ਆ। ਜਿਹੜੇ ਇਹ ਜਸੂਸ ਸੀਗੇ ਇਹ ਵਿਦੇਸ਼ਾਂ ਦੀਆਂ ਜਿਹੜੀਆਂ ਘਟਨਾਵਾਂ ਹੁੰਦੀਆਂ ਸੀ ਉਹਨਾਂ ਸੰਬੰਧੀ ਵੀ ਜਾਣਕਾਰੀ ਇਕੱਠੀ ਕਰਦੇ ਸੀਗੇ। ਅਤੇ ਜਿਹੜੇ ਜਸੂਸ ਇੱਕ ਥਾਂ 'ਤੇ ਰਹਿ ਕੇ ਕੰਮ ਕਰਦੇ ਸੀ ਉਹਨਾਂ ਨੂੰ ਕੀ ਕਹਿੰਦੇ ਸੀ, ਆਪਾਂ ਪਹਿਲਾਂ ਪੜ੍ਹ ਕੇ ਹਟੇ ਹਾਂ, ਉਹਨਾਂ ਨੂੰ ਸੰਸਥਾਨ ਕਿਹਾ ਜਾਂਦਾ ਸੀ। ਜਿਹੜੇ ਕੀ ਸੀ ਇੱਕ ਥਾਂ ਤੋਂ ਦੂਜੀ ਥਾਂ 'ਤੇ ਘੁੰਮਦੇ ਰਹਿੰਦੇ ਸੀਗੇ ਉਹਨਾਂ ਨੂੰ ਸੰਚਾਰ ਕਿਹਾ ਜਾਂਦਾ ਸੀਗਾ। ਇਹ ਜਾਸੂਸ ਜਿਹੜੇ ਸੀਗੇ ਨਿਗਰਾਨੀ ਲਈ ਇਹਨਾਂ ਨੇ ਅੱਗੇ ਆਪਣੇ ਹੋਰ ਜਾਸੂਸ ਨਿਯੁਕਤ ਕੀਤੇ ਹੁੰਦੇ ਸੀਗੇ, ਠੀਕ ਆ। ਅਤੇ ਜਿਹੜੇ ਠੀਕ ਤਰ੍ਹਾਂ ਕੰਮ ਨਹੀਂ ਕਰਦੇ ਸੀ ਉਹਨਾਂ ਨੂੰ ਸਖਤ ਸਜ਼ਾ ਦਿੱਤੀ ਜਾਂਦੀ ਸੀਗੀ। ਜਾਸੂਸੀ ਵਿਭਾਗ ਜਿਹੜਾ ਸੀ ਉਹਦੇ ਵਿੱਚ ਇਸਤਰੀਆਂ ਨੂੰ ਵੀ ਨਿਯੁਕਤ ਕੀਤਾ ਜਾਂਦਾ ਸੀਗਾ। ਅਤੇ ਇਹ ਜਾਣਕਾਰੀ ਇਕੱਠਾ ਕਰਨ ਵਿੱਚ ਕਹਿੰਦੇ ਜਿਹੜੀਆਂ ਇਸਤਰੀਆਂ ਸੀਗੀਆਂ ਉਹ ਪੁਰਸ਼ਾਂ ਨਾਲੋਂ ਜ਼ਿਆਦਾ ਮਾਹਿਰ ਸੀਗੀਆਂ, ਠੀਕ ਆ। ਅਤੇ ਜਿਹੜਾ ਮੌਰੀਆ ਸਾਮਰਾਜ ਸੀ ਇਹਦੇ ਵਿੱਚ ਕੀ ਸੀਗਾ, ਮੌਰੀਆ ਸ਼ਾਸਕਾਂ ਨੇ ਆਪਣੇ ਜਿਹੜੇ ਜਾਸੂਸ ਸੀਗੇ ਉਹਨਾਂ ਨੂੰ ਦੂਰ ਦੇ ਪ੍ਰਾਂਤਾਂ 'ਤੇ ਵੀ ਆਪਣਾ ਪੂਰਾ ਨਿਯੰਤਰਣ ਰੱਖਣ ਦੇ ਲਈ ਨਿਯੁਕਤ ਕੀਤਾ ਹੋਇਆ ਸੀ, ਤਾਂ ਕਿ ਉਹਨਾਂ ਨੂੰ ਹਰੇਕ ਦੂਰ ਦੇ ਪ੍ਰਾਂਤ ਦੀ ਇਨਫੋਰਮੇਸ਼ਨ ਮਿਲਦੀ ਰਹੇ ਅਤੇ ਉਹਨਾਂ ਦਾ ਕੰਟਰੋਲ ਉੱਥੇ ਬਣਿਆ ਰਹੇ। ਅੱਗੇ ਹੈ ਇੱਕ ਥਾਂ 'ਤੇ ਰਹਿ ਕੇ ਕੰਮ ਕਰਨ ਵਾਲੇ ਜਾਸੂਸਾਂ ਨੂੰ ਕੀ ਕਿਹਾ ਜਾਂਦਾ ਸੀ? ਸੰਸਥਾਨ। ਇੱਕ ਥਾਂ ਤੋਂ ਦੂਜੀ ਥਾਂ 'ਤੇ ਘੁੰਮਦੇ ਰਹਿਣ ਵਾਲੇ ਜਾਸੂਸਾਂ ਨੂੰ ਕੀ ਕਿਹਾ ਜਾਂਦਾ ਸੀ? ਸੰਚਾਰ। ਮੌਰੀਆ ਕਾਲ ਦੇ ਲੋਕਾਂ ਦਾ ਮੁੱਖ ਭੋਜਨ ਕੀ ਸੀ? ਚੌਲ, ਜੌਂ, ਕਣਕ, ਮਾਸ, ਦੁੱਧ ਤੋਂ ਬਣੀਆਂ ਵਸਤਾਂ, ਸ਼ਰਾਬ ਦੀ ਵਰਤੋਂ ਆਦਿ। ਜ਼ਿਆਦਾਤਰ ਲੋਕ ਸੀਗੇ ਉਹ ਮਾਸ ਦੀ ਵਰਤੋਂ ਕਰਦੇ ਸੀਗੇ। ਮੌਰੀਆ ਲੋਕ ਕਿਹੜੇ ਪਸ਼ੂ ਪਾਲਦੇ ਸਨ? ਗਾਵਾਂ, ਮੱਝਾਂ ਅਤੇ ਬੱਕਰੀਆਂ। ਕਾਰੀਗਰ ਅਤੇ ਸ਼ਿਲਪਕਾਰ ਸ਼੍ਰੇਣੀਆਂ ਦੀ ਅਗਵਾਈ ਕੌਣ ਕਰਦਾ ਸੀ? ਜੇਠਕ। ਅੱਗੇ ਹੈ ਮੌਰੀਆ ਕਾਲ ਵਿੱਚ ਵਪਾਰੀਆਂ ਨੂੰ ਕਿੰਨਾ ਲਾਭ ਲੈਣ ਦਾ ਅਧਿਕਾਰ ਸੀ? ਦੇਸੀ ਮਾਲ 'ਤੇ 5% ਅਤੇ ਵਿਦੇਸ਼ੀ ਮਾਲ 'ਤੇ 10%। ਦੇਖੋ ਮੌਰੀਆ ਕਾਲ ਦੇ ਵਿੱਚ ਕੀ ਸੀਗਾ ਕਿ ਵਪਾਰ ਦੇ ਲਈ ਨਿਯਮ ਬਣਾਏ ਗਏ ਸੀਗੇ, ਠੀਕ ਆ। ਕਿਉਂ ਬਣਾਏ ਗਏ ਸੀ? ਤਾਂ ਕਿ ਉਹਨੂੰ ਵਪਾਰ ਆ ਜਿਹੜਾ ਉਹਨੂੰ ਉੱਨਤ ਕੀਤਾ ਜਾ ਸਕੇ। ਤਸਕਰੀ ਕਰਨ ਵਾਲਿਆਂ ਦੇ ਜਿਹੜੇ ਹੁੰਦੇ ਸੀਗੇ, ਠੀਕ ਆ, ਜਾਂ ਚੀਜ਼ਾਂ ਵਿੱਚ ਜਿਹੜੇ ਮਿਲਾਵਟ ਕਰਨ ਵਾਲੇ ਹੁੰਦੇ ਸੀਗੇ ਉਹਨਾਂ ਨੂੰ ਕੀ ਸੀਗਾ,
ਸਖਤ ਸਜ਼ਾਵਾਂ ਦਿੱਤੀਆਂ ਜਾਂਦੀਆਂ ਸੀਗੀਆਂ। ਵਸਤੂਆਂ ਦੀ ਕੀਮਤਾਂ ਜਿਹੜੀਆਂ ਹੁੰਦੀਆਂ ਸੀ ਉਹਨਾਂ 'ਤੇ ਨਿਯੰਤਰਣ ਰੱਖਿਆ ਜਾਂਦਾ ਸੀਗਾ। ਵਪਾਰੀ ਜਿਹੜੇ ਹੁੰਦੇ ਸੀ ਉਹਨਾਂ ਨੂੰ ਦੇਸੀ ਮਾਲ 'ਤੇ ਕਿੰਨਾ ਜਿਹੜਾ ਦਿੱਤਾ ਜਾਂਦਾ ਸੀ ਲਾਭ 5% ਅਤੇ ਵਿਦੇਸ਼ੀ ਮਾਲ 'ਤੇ 10% ਲਾਭ ਲੈਣ ਦਾ ਅਧਿਕਾਰ ਸੀਗਾ। ਇਹ ਤੋਂ ਬਿਨਾਂ ਕੀ ਸੀਗਾ, ਕਰਜ਼ੇ 'ਤੇ ਲਈ ਗਈ ਜਿਹੜੀ ਰਕਮ ਹੁੰਦੀ ਸੀਗੀ, ਠੀਕ ਆ, ਉਹਦੀ ਸੂਦ ਦੀ ਜਿਹੜੀ ਦਰ ਹੁੰਦੀ ਸੀਗੀ, ਵਿਆਜ ਦੀ ਦਰ ਜਿਵੇਂ ਆਪਾਂ ਕਹਿ ਦਈਏ, ਉਹ ਵੀ ਸਰਕਾਰ ਵੱਲੋਂ ਨਿਸ਼ਚਿਤ ਕੀਤੀ ਜਾਂਦੀ ਸੀਗੀ। ਅੱਗੇ ਹੈ ਮੌਰੀਆ ਸਾਮਰਾਜ ਦਾ ਜ਼ਿਆਦਾਤਰ ਵਪਾਰ ਕਿਹੜੇ ਦੇਸ਼ਾਂ ਨਾਲ ਸੀ? ਸੀਰੀਆ, ਮਿਸਰ, ਰੋਮ, ਯੂਨਾਨ ਅਤੇ ਦੱਖਣੀ ਪੂਰਬੀ ਏਸ਼ੀਆ ਦੇ ਨਾਲ। ਦੇਖੋ ਉਹਨਾਂ ਦਾ ਜਿਹੜਾ ਵਪਾਰ, ਜਿਵੇਂ ਆਪਾਂ ਇੰਨੇ ਵਧੀਆ ਨਿਯਮ ਬਣੇ ਹੋਏ ਸੀ ਕਹਿ ਦਈਏ, ਠੀਕ ਆ, ਕਿ ਇੰਨਾ ਉੱਤਮ ਸੀਗਾ, ਤਾਂ ਉਹਨਾਂ ਨੇ ਕੀ ਸੀਗਾ, ਜਲ ਮਾਰਗ ਰਾਹੀਂ ਅਤੇ ਥਲ ਮਾਰਗ ਰਾਹੀਂ, ਦੋਨਾਂ ਮਾਰਗਾਂ ਰਾਹੀਂ ਕੀ ਸੀਗਾ, ਦੂਜੇ ਦੇਸ਼ਾਂ ਨਾਲ ਵੀ ਵਪਾਰ ਕੀਤਾ ਹੋਇਆ ਸੀਗਾ। ਹੁਣ ਮੌਰੀਆ ਸਾਮਰਾਜ ਜਿਹੜਾ ਸੀਗਾ ਉਹ ਵਿਦੇਸ਼ਾਂ ਨੂੰ ਕੀ ਸੀਗਾ, ਜਿਵੇਂ ਮੋਤੀ ਹੋ ਗਿਆ, ਸੁਗੰਧੀ ਦੀਆਂ ਵਸਤਾਂ ਹੋ ਗਿਆ, ਸੂਤੀ ਅਤੇ ਰੇਸ਼ਮੀ ਕੱਪੜੇ ਹੋ ਗਿਆ, ਹਾਥੀ ਦੰਦ ਹੋ ਗਿਆ, ਲੱਕੜੀ ਦਾ ਸਮਾਨ, ਦਵਾਈਆਂ, ਗਰਮ ਮਸਾਲੇ, ਨੀਲ, ਇਹਨਾਂ ਚੀਜ਼ਾਂ ਦਾ ਤਾਂ ਨਿਰਯਾਤ ਕਰਦਾ ਸੀਗਾ। ਫਿਰ ਭਾਰਤ ਜਿਹੜਾ ਸੀ ਉਹ ਵਿਦੇਸ਼ਾਂ ਤੋਂ ਸੋਨਾ, ਚਾਂਦੀ, ਕੀਮਤੀ ਪੱਥਰ, ਇਹ ਜਿਹੜੀਆਂ ਵਸਤਾਂ ਸੀ ਉਹ ਆਯਾਤ ਕਰਦਾ ਹੁੰਦਾ ਸੀਗਾ। ਅੱਗੇ ਹੈ ਮੌਰੀਆ ਫੌਜ ਦੇ ਮੁੱਖ ਅੰਗ ਕਿਹੜੇ ਸਨ? ਮੌਰੀਆ ਫੌਜ ਜਿਹੜੀ ਸੀ ਉਹਦੇ 3 ਮੁੱਖ ਅੰਗ ਸੀਗੇ, ਪਿਆਦਾ ਹੋ ਗਿਆ, ਘੋੜਸਵਾਰ, ਹਾਥੀ ਅਤੇ ਰੱਥ। ਇੱਕ ਸਿਖਲਾਈ ਪ੍ਰਾਪਤ ਸੈਨਿਕ ਨੂੰ ਕਿੰਨੀ ਤਨਖਾਹ ਦਿੱਤੀ ਜਾਂਦੀ ਸੀ? 500 ਪਣ। ਇੱਕ ਸੈਨਾਪਤੀ ਨੂੰ ਕਿੰਨੀ ਤਨਖਾਹ ਦਿੱਤੀ ਜਾਂਦੀ ਸੀ? 48,000 ਪਣ। ਪਣ ਕੀ ਸੀ? ਪਣ ਇੱਕ ਸਿੱਕਾ ਸੀ ਜੋ ਕਿ ਚਾਂਦੀ ਦਾ ਬਣਿਆ ਹੁੰਦਾ ਸੀ। ਹੁਣ ਅੱਗੇ ਆ ਗਿਆ ਕਿ ਅਸ਼ੋਕ ਦੇ ਧੰਮ ਦੇ ਮੁੱਖ ਸਿਧਾਂਤ ਕਿਹੜੇ ਸਨ? ਉਹਨਾਂ ਬਾਰੇ ਆਪਾਂ ਦੇਖਦੇ ਹਾਂ। ਸਭ ਤੋਂ ਪਹਿਲਾਂ ਹੈ ਵੱਡਿਆਂ ਦਾ ਸਤਿਕਾਰ, ਠੀਕ ਆ, ਜਾਂ ਵੱਡਿਆਂ ਦਾ ਆਦਰ। ਫਿਰ ਛੋਟਿਆਂ ਨਾਲ ਪਿਆਰ। ਫਿਰ ਸੱਚ ਬੋਲਣਾ, ਅਹਿੰਸਾ, ਦਾਨ, ਧਾਰਮਿਕ ਸਹਿਣਸ਼ੀਲਤਾ, ਸੱਚੇ ਰੀਤੀ ਰਿਵਾਜ, ਪਵਿੱਤਰ ਜੀਵਨ, ਕਰਮ ਸਿਧਾਂਤ। ਹੁਣ ਅਸਲ ਦੇ ਵਿੱਚ ਹੈ ਕੀ ਸੀ? ਸਭ ਤੋਂ ਪਹਿਲਾਂ ਹੈਗਾ ਵੱਡਿਆਂ ਦਾ ਆਦਰ, ਠੀਕ ਹੈ। ਅਸ਼ੋਕ ਜਿਹੜਾ ਸੀਗਾ ਉਹਨੇ ਆਪਣੇ ਸ਼ਿਲਾ ਲੇਖਾਂ ਵਿੱਚ ਇਹ ਗੱਲ 'ਤੇ ਜ਼ੋਰ ਦਿੱਤਾ ਸੀ ਵੀ ਸਾਨੂੰ ਕੀ ਆ, ਵੱਡਿਆਂ ਦਾ ਆਦਰ ਕਰਨਾ ਚਾਹੀਦਾ ਵਾ, ਠੀਕ ਆ। ਉਹ ਕਹਿੰਦੇ ਧੀਆਂ ਪੁੱਤਰਾਂ ਨੂੰ ਆਪਣੇ ਮਾਤਾ ਪਿਤਾ ਦਾ ਪੂਰਾ ਸਤਿਕਾਰ ਕਰਨਾ ਚਾਹੀਦਾ ਵਾ ਅਤੇ ਵਿਦਿਆਰਥੀਆਂ ਨੂੰ ਆਪਣੇ ਗੁਰੂਆਂ ਦੀ ਆਗਿਆ ਦੀ ਪਾਲਣਾ ਕਰਨੀ ਚਾਹੀਦੀ ਆ। ਇਹਨਾਂ ਤੋਂ ਇਲਾਵਾ ਕਹਿੰਦੇ ਸਾਨੂੰ ਕੀ ਆ, ਬ੍ਰਾਹਮਣ ਹੋ ਗਏ, ਰਿਸ਼ੀਆਂ, ਭਿਕਸ਼ੂਆਂ, ਸੰਬੰਧੀਆਂ, ਮਿੱਤਰਾਂ ਅਤੇ ਰਾਜ ਦੇ ਉੱਚ ਅਧਿਕਾਰੀਆਂ ਦਾ ਵੀ ਉਚਿਤ ਸਨਮਾਨ ਕਰਨਾ ਚਾਹੀਦਾ ਵਾ, ਠੀਕ ਆ। ਇਹ ਤਾਂ ਹੈਗਾ ਉਹਦੇ ਪਹਿਲੇ ਸਿਧਾਂਤ ਦਾ ਉਦੇਸ਼। ਹੁਣ ਸੈਕਿੰਡ ਹੈਗਾ ਛੋਟਿਆਂ ਨਾਲ ਪਿਆਰ। ਉਹ ਕਹਿੰਦੇ ਜਿਵੇਂ ਵੱਡਿਆਂ ਦਾ ਸਤਿਕਾਰ ਕਰਨਾ ਚਾਹੀਦਾ, ਉਵੇਂ ਕੀ ਸੀ, ਛੋਟਿਆਂ ਦਾ ਫਰਜ਼ ਆ, ਠੀਕ ਆ, ਕਿ ਉਸੇ ਤਰ੍ਹਾਂ ਛੋਟਿਆਂ ਨੂੰ ਜਿਹੜਾ ਵਾ, ਵੱਡਿਆਂ ਦਾ ਫਰਜ਼ ਆ ਕਿ ਉਸੇ ਤਰ੍ਹਾਂ ਉਹਨਾਂ ਨੂੰ ਵੀ ਛੋਟਿਆਂ ਨੂੰ ਪਿਆਰ ਕਰਨਾ ਚਾਹੀਦਾ ਵਾ, ਠੀਕ ਆ। ਅਤੇ ਕੀ ਸੀਗਾ ਵੀ ਉੱਚ ਅਧਿਕਾਰੀਆਂ ਨੂੰ ਛੋਟੇ ਅਧਿਕਾਰੀਆਂ ਨਾਲ, ਠੀਕ ਆ, ਅਮੀਰਾਂ ਨੂੰ ਗਰੀਬਾਂ ਦੇ ਨਾਲ, ਮਾਲਕਾਂ ਨੂੰ ਨੌਕਰਾਂ ਦੇ ਨਾਲ ਕੀ ਆ, ਪ੍ਰੇਮ ਭਾਵ ਨਾਲ ਸਲੂਕ ਕਰਨਾ ਚਾਹੀਦਾ ਵਾ, ਠੀਕ ਆ। ਮਾਤਾ ਪਿਤਾ ਨੂੰ ਆਪਣੇ ਬੱਚਿਆਂ ਦੇ ਨਾਲ ਅਤੇ ਗੁਰੂ ਨੂੰ ਆਪਣੇ ਸ਼ਿਸ਼ਿਆਂ ਦੇ ਨਾਲ ਪਿਆਰ ਅਤੇ ਹਮਦਰਦੀ ਹੋਣੀ ਚਾਹੀਦੀ ਆ। ਫਿਰ ਅੱਗੇ ਆ ਗਿਆ ਸੱਚ, ਠੀਕ ਆ, ਜਾਂ ਸੱਚ ਬੋਲਣਾ। ਅਸ਼ੋਕ ਕਹਿੰਦਾ ਲੋਕਾਂ ਦੇ ਜਿਹੜੇ ਨੈਤਿਕ ਜੀਵਨ ਆ ਉਹਨੂੰ ਉੱਚਾ ਕਰਨ 'ਤੇ ਜ਼ਿਆਦਾ ਜ਼ੋਰ ਦੇਣਾ ਚਾਹੀਦਾ ਵਾ, ਠੀਕ ਆ। ਉਹਨੂੰ ਉੱਚਾ ਕਿਵੇਂ ਕੀਤਾ ਜਾ ਸਕਦਾ ਵਾ? ਉਹ ਚਾਹੁੰਦਾ ਸੀ ਕਿ ਮਨੁੱਖ ਕੀ ਆ, ਹਰ ਹਾਲ ਦੇ ਵਿੱਚ ਸੱਚ ਬੋਲੇ, ਠੀਕ ਆ। ਉਸ ਅਨੁਸਾਰ ਕੀ ਸੀਗਾ ਵੀ ਜਿਹੜਾ ਸੱਚ ਆ ਅਸ਼ੋਕ ਦੇ ਅਨੁਸਾਰ, ਠੀਕ ਆ, ਸੱਚ ਤੋਂ ਬਿਨਾਂ ਕਹਿੰਦੇ ਧਰਮ ਕੇਵਲ ਕਹਿੰਦੇ ਕੀ ਆ, ਢੋਂਗ ਮੱਤ ਰਹਿ ਜਾਂਦਾ ਵਾ। ਫਿਰ ਅੱਗੇ ਆ ਗਿਆ ਅਹਿੰਸਾ। ਅਹਿੰਸਾ ਜਿਹੜੀ ਸੀਗੀ ਅਸ਼ੋਕ ਦੇ ਧੰਮ ਦਾ ਇੱਕ ਮੁੱਖ ਸਿਧਾਂਤ ਸੀਗੀ ਅਹਿੰਸਾ। ਉਹ ਕਹਿੰਦਾ ਸੀ ਕਿ ਕਿਸੇ ਵੀ ਜੀਵ ਨੂੰ ਕਸ਼ਟ ਦੇਣ ਦੇ ਕੀ ਇੱਕ ਤਰ੍ਹਾਂ ਦਾ ਪਾਪ ਆ, ਠੀਕ ਆ, ਤਾਂ ਕਰਕੇ ਕਿਸੇ ਵੀ ਜੀਵ ਨੂੰ ਕਸ਼ਟ ਦੇਣ ਦੇ ਹੱਕ ਵਿੱਚ ਨਹੀਂ ਸੀਗਾ। ਅਸ਼ੋਕ ਨੇ ਕੀ ਸੀਗਾ, ਆਪ ਸ਼ਿਕਾਰ ਖੇਡਣਾ ਅਤੇ ਮਾਸ ਖਾਣਾ ਬੰਦ ਕਰਤਾ ਸੀਗਾ, ਠੀਕ ਆ। ਅਤੇ ਨਾਲ ਹੀ ਉਹਨੇ ਕੀ ਸੀਗਾ, ਸਾਲ ਵਿੱਚ 56 ਦਿਨ ਜਿਹੜੇ ਸੀ ਨਿਸ਼ਚਿਤ ਕੀਤੇ ਸੀ ਜਦੋਂ ਕਿਸੇ ਵੀ ਪਸ਼ੂ ਦੀ ਹੱਤਿਆ ਨਹੀਂ ਕੀਤੀ ਜਾ ਸਕਦੀ। ਅਤੇ ਅਸ਼ੋਕ ਨੇ ਨਾ ਤਾਂ ਮਤਲਬ ਪਸ਼ੂਆਂ ਦੀ ਦੇਖਭਾਲ ਲਈ ਹਸਪਤਾਲ ਜਿਹੜੇ ਸੀ ਉਹ ਵੀ ਖੁਲਵਾਏ ਸੀਗੇ। ਅੱਗੇ ਹੈ ਦਾਨ। ਅਸ਼ੋਕ ਨੇ ਹੁਣ ਆਪਦੇ ਧੰਮ ਵਿੱਚ ਕੀ ਆ, ਦਾਨ ਆ ਜਿਹੜਾ ਉਹਨੂੰ ਵੀ ਵਿਸ਼ੇਸ਼ ਮਹੱਤਵ ਦਿੱਤਾ। ਕਿਵੇਂ ਦਿੱਤਾ? ਠੀਕ ਆ, ਉਹ ਕਹਿੰਦਾ ਸੀ ਵੀ ਲੋਕਾਂ ਨੂੰ, ਗਰੀਬਾਂ ਨੂੰ, ਸਾਧੂ ਸੰਤਾਂ ਨੂੰ ਕੀ ਆ, ਖੁੱਲ੍ਹਾ ਦਾਨ ਦੇਣਾ ਚਾਹੀਦਾ ਵਾ। ਅਸ਼ੋਕ ਅਨੁਸਾਰ ਕੀ ਸੀਗਾ ਵੀ ਸਭ ਤੋਂ ਚੰਗਾ ਦਾਨ ਆ ਜਿਹੜਾ ਉਹ ਕੀ ਹੈ, ਕਿਸੇ ਅਨਪੜ੍ਹ ਵਿਅਕਤੀ ਨੂੰ ਪੜ੍ਹਾਈ ਦਾ ਗਿਆਨ ਕਰਵਾ ਕੇ ਉਹਦੇ ਗਿਆਨ ਦੇ ਅੰਧੇਰੇ ਤੋਂ ਦੂਰ ਕਰਨਾ, ਠੀਕ ਆ, ਤਾਂ ਕਿ ਕੀ ਆ ਕਿ ਧੰਮ ਦੇ ਸਿਧਾਂਤਾਂ ਤੋਂ ਉਹਨੂੰ ਜਾਣੂ ਕਰਵਾਇਆ ਜਾ ਸਕੇ, ਕਿਉਂਕਿ ਅਨਪੜ੍ਹ ਬੰਦਾ ਤਾਂ ਧੰਮ ਦੇ ਸਿਧਾਂਤ ਪੜ੍ਹ ਨਹੀਂ ਸਕਦਾ ਸੀਗਾ। ਫਿਰ ਕਹਿੰਦਾ ਸ਼ੁੱਧ ਜੀਵਨ ਬਤੀਤ ਕਰਨ ਲਈ ਵੀ ਧੰਮ ਦਾ ਗਿਆਨ ਹੋਣਾ ਜ਼ਰੂਰੀ ਸੀਗਾ। ਫਿਰ ਹੁਣ ਅੱਗੇ ਆ ਗਿਆ ਧਾਰਮਿਕ ਸਹਿਣਸ਼ੀਲਤਾ।
ਧਾਰਮਿਕ ਸਹਿਣਸ਼ੀਲਤਾ ਅਸ਼ੋਕ ਦੇ ਧਰਮ ਦਾ ਮੂਲ ਮੰਤਰ ਸੀ ਇੱਕ ਤਰ੍ਹਾਂ ਦਾ। ਠੀਕ ਆ, ਅਸ਼ੋਕ ਕਹਿੰਦਾ ਸੀ ਵੀ ਮਨੁੱਖ ਨੂੰ ਆਪਣੇ ਧਰਮ ਦੀ ਪ੍ਰਸ਼ੰਸਾ ਅਤੇ ਦੂਸਰੇ ਧਰਮਾਂ ਦੀ ਨਿੰਦਿਆ ਨਹੀਂ ਕਰਨੀ ਚਾਹੀਦੀ। ਮਨੁੱਖ ਨੂੰ ਕੀ ਆ, ਸਾਰੇ ਧਰਮਾਂ ਦਾ ਆਦਰ ਕਰਨਾ ਚਾਹੀਦਾ ਵਾ। ਇਹਦੇ ਨਾਲ ਕੀ ਆ, ਉਹਦੇ ਗਿਆਨ ਵਿੱਚ ਵੀ ਵਾਧਾ ਹੁੰਦਾ ਵਾ ਅਤੇ ਉਹਦੀ ਮਹਾਨਤਾ ਬਾਰੇ ਵੀ ਪਤਾ ਚੱਲਦਾ। ਅਸ਼ੋਕ ਨੇ ਧੰਮ ਦਾ ਪ੍ਰਚਾਰ ਕਰਨ ਦੇ ਉਦੇਸ਼ ਨਾਲ ਕਿਹੜੇ ਕਰਮਚਾਰੀਆਂ ਦੀ ਨਿਯੁਕਤੀ ਕੀਤੀ? ਧਰਮ ਮਹਾਮਾਤਰ ਦੀ। ਅਸ਼ੋਕ ਨੇ ਕਿਹੜੇ ਦੋ ਖੂਬਸੂਰਤ ਸ਼ਹਿਰਾਂ ਦਾ ਨਿਰਮਾਣ ਕਰਵਾਇਆ? ਸ਼੍ਰੀਨਗਰ ਅਤੇ ਲਲਿਤਾਪਟਨਮ। ਅਸ਼ੋਕ ਨੇ ਕਿੰਨੇ ਸਤੂਪ ਬਣਵਾਏ? 84,000 ਸਤੂਪ। ਅਸ਼ੋਕ ਦਾ ਕਿਹੜਾ ਸਤੂਪ ਆਪਣੀ ਕਲਾ ਕਾਰਨ ਪੂਰੀ ਦੁਨੀਆ ਵਿੱਚ ਪ੍ਰਸਿੱਧ ਹੈ? ਸਾਂਚੀ ਦਾ ਸਤੂਪ। ਸਤੰਭਾਂ ਉੱਤੇ ਕਿਹਨਾਂ ਦੀਆਂ ਹੂਬਹੂ ਸ਼ਕਲਾਂ ਬਣਾਈਆਂ ਗਈਆਂ ਹਨ? ਜਾਨਵਰਾਂ ਅਤੇ ਪੰਛੀਆਂ ਦੀਆਂ। ਮੌਰੀਆ ਕਾਲ ਵਿੱਚ ਕਿਹੜੀ ਕਲਾ ਬਹੁਤ ਵਿਕਸਿਤ ਹੋ ਚੁੱਕੀ ਸੀ? ਗਹਿਣੇ ਬਣਾਉਣ ਅਤੇ ਪੱਥਰਾਂ ਉੱਤੇ ਪਾਲਿਸ਼ ਕਰਨ ਦੀ ਕਲਾ। ਅਸ਼ੋਕ ਨੇ ਸਿੱਖਿਆ ਦੇ ਪ੍ਰਚਾਰ ਲਈ ਕੀ ਕੀਤਾ? ਗੁਰੂਕੁਲ ਅਤੇ ਮੱਠ ਖੁਲਵਾਏ। ਮੌਰੀਆ ਕਾਲ ਵਿੱਚ ਉੱਚ ਸਿੱਖਿਆ ਕਿੱਥੇ ਦਿੱਤੀ ਜਾਂਦੀ ਸੀ? ਤਕਸ਼ੀਲਾ, ਉਜੈਨ ਅਤੇ ਬਨਾਰਸ ਯੂਨੀਵਰਸਿਟੀਆਂ ਵਿੱਚ। ਅਸ਼ੋਕ ਦੇ ਰਾਜਕਾਲ ਵਿੱਚ ਬੁੱਧ ਧਰਮ ਦਾ ਕਿਹੜਾ ਗ੍ਰੰਥ ਲਿਖਿਆ ਗਿਆ? ਕਥਾਵਸਤੂ। ਅਸ਼ੋਕ ਨੇ ਕਿਹੜੇ ਦੇਸ਼ ਦੇ ਸ਼ਾਸਕਾਂ ਨਾਲ ਮਿੱਤਰਤਾ ਪੂਰਵਕ ਸੰਬੰਧ ਸਥਾਪਿਤ ਕੀਤੇ? ਦੱਖਣੀ ਭਾਰਤ ਵਿੱਚ ਚੌਲ, ਕੇਰਲ ਪੁੱਤਰ ਅਤੇ ਪਾਂਡਿਆ, ਸ਼੍ਰੀਲੰਕਾ, ਬਰਮਾ, ਈਰਾਨ ਆਦਿ ਦੇਸ਼ਾਂ ਨਾਲ। ਮੌਰੀਆ ਕਾਲ ਵਿੱਚ ਕਿਹੋ ਜਿਹੇ ਪਰਿਵਾਰ ਸਨ? ਸਾਂਝੇ ਪਰਿਵਾਰ। ਪਰਿਵਾਰ ਦਾ ਮੁਖੀ ਬਜ਼ੁਰਗ ਮੈਂਬਰ ਹੁੰਦਾ ਸੀਗਾ ਅਤੇ ਲੜਕੇ ਦਾ ਹੋਣਾ ਜ਼ਰੂਰੀ ਸਮਝਿਆ ਜਾਂਦਾ ਸੀ ਪਰਿਵਾਰ ਦੇ ਵਿੱਚ। ਮੌਰੀਆ ਕਾਲ ਵਿੱਚ ਇਸਤਰੀਆਂ ਦੀ ਦਸ਼ਾ ਕਿਹੋ ਜਿਹੀ ਸੀ? ਲੜਕੀ ਦੇ ਜਨਮ 'ਤੇ ਘਰ ਵਿੱਚ ਸੋਗ ਛਾ ਜਾਂਦਾ ਸੀ। ਸਿੱਖਿਆ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ ਸੀ। ਛੋਟੀ ਉਮਰ ਵਿੱਚ ਵਿਆਹ ਕਰ ਦਿੱਤੇ ਜਾਂਦੇ ਸੀ। ਪਤੀ ਦੀ ਆਗਿਆ ਦਾ ਪਾਲਣ ਕਰਨਾ ਪੈਂਦਾ ਸੀ ਇਸਤਰੀਆਂ ਨੂੰ। ਅਮੀਰ ਲੋਕ ਕਈ ਇਸਤਰੀਆਂ ਨਾਲ ਵਿਆਹ ਕਰਦੇ ਸਨ। ਸਮਾਜ ਵਿੱਚ ਪ੍ਰਚਲਿਤ ਬੇਸ਼ਬਾ ਪ੍ਰਥਾ ਨਾਲ ਇਸਤਰੀਆਂ ਦੀ ਹਾਲਤ ਆ ਜਿਹੜੀ ਤਰਸਯੋਗ ਹੋ ਗਈ ਸੀ। ਇਸਤਰੀਆਂ ਨੂੰ ਆਪਣੇ ਪਤੀ ਤੋਂ ਤਲਾਕ ਲੈਣ ਦਾ ਜਿਹੜਾ ਹੱਕ ਸੀਗਾ, ਅਧਿਕਾਰ ਸੀਗਾ ਇਹ ਉਹਨਾਂ ਨੂੰ। ਇਹ ਤੋਂ ਬਿਨਾਂ ਵਿਧਵਾ ਪੁਨਰ ਵਿਆਹ ਦੀ ਵੀ ਆਗਿਆ ਸੀਗੀ। ਰਾਜੇ ਦੀਆਂ ਅੰਗ ਰੱਖਿਅਕ ਇਸਤਰੀਆਂ ਜਿਹੜੀਆਂ ਸੀ ਉਹ ਰਾਜੇ ਦੀਆਂ ਅੰਗ ਰੱਖਿਅਕ ਵੀ ਲੱਗੀਆਂ ਹੋਈਆਂ ਸੀਗੀਆਂ ਅਤੇ ਜਾਸੂਸ ਵਿਭਾਗ ਦੇ ਵਿੱਚ ਵੀ ਇਸਤਰੀਆਂ ਜਿਹੜੀਆਂ ਸੀ ਉਹ ਕੰਮ ਕਰਦੀਆਂ ਸੀ। ਮੈਗਸਥਨੀਜ਼ ਦੇ ਅਨੁਸਾਰ ਸਮਾਜ ਕਿਹੜੀਆਂ 7 ਪ੍ਰਮੁੱਖ ਜਾਤਾਂ ਵਿੱਚ ਵੰਡਿਆ ਹੋਇਆ ਸੀ? ਦਾਰਸ਼ਨਿਕ, ਕਿਸਾਨ, ਸ਼ਿਕਾਰੀ, ਵਪਾਰੀ ਅਤੇ ਸ਼ਿਲਪਕਾਰ। ਇਹ ਤੋਂ ਬਿਨਾਂ ਸੈਨਿਕ, ਮੰਤਰੀ ਅਤੇ ਭੇਡ ਬੱਕਰੀਆਂ ਚਰਾਉਣ ਵਾਲੇ, ਇਹਨਾਂ ਗਰੁੱਪਾਂ ਦੇ ਵਿੱਚ ਜਿਹੜੇ ਸੀਗੇ ਵੰਡੀਆਂ ਹੋਈਆਂ ਸੀ ਜਾਤਾਂ। ਮੌਰੀਆ ਕਾਲ ਵਿੱਚ ਕਿਹੜੀਆਂ ਜਾਤਾਂ ਨੂੰ ਹੀਣ ਸਮਝਿਆ ਜਾਂਦਾ ਸੀ? ਘੁਮਿਆਰਾਂ, ਜੁਲਾਹਿਆਂ, ਨਾਈਆਂ, ਮਦਾਰੀਆਂ ਅਤੇ ਸਪੇਰਿਆਂ ਨੂੰ ਜਿਹੜਾ ਸੀ ਸਮਾਜ ਵਿੱਚ ਹੀਣ ਸਮਝਿਆ ਜਾਂਦਾ ਸੀਗਾ। ਲੋਕਾਂ ਨੂੰ ਆਮ ਸਿੱਖਿਆ ਕਿਹਨਾਂ ਦੁਆਰਾ ਦਿੱਤੀ ਜਾਂਦੀ ਸੀ? ਬ੍ਰਾਹਮਣ ਅਤੇ ਬੋਧ ਭਿਕਸ਼ੂਆਂ ਦੁਆਰਾ। ਮੌਰੀਆ ਕਾਲ ਵਿੱਚ ਲੋਕਾਂ ਦਾ ਮੁੱਖ ਧੰਦਾ ਕੀ ਸੀ? ਖੇਤੀਬਾੜੀ। ਮੌਰੀਆ ਕਾਲ ਦੀਆਂ ਮੁੱਖ ਫਸਲਾਂ ਕਿਹੜੀਆਂ ਸਨ? ਚੌਲ, ਜੌਂ, ਕਪਾਹ ਅਤੇ ਗੰਨਾ। ਮੌਰੀਆ ਕਾਲ ਵਿੱਚ ਕਿਹੜੀਆਂ ਵਸਤਾਂ ਦਾ ਨਿਰਯਾਤ ਕੀਤਾ ਜਾਂਦਾ ਸੀ? ਮੋਤੀ, ਸੁਗੰਧੀ ਦੀਆਂ ਵਸਤਾਂ, ਸੂਤੀ ਅਤੇ ਰੇਸ਼ਮੀ ਕੱਪੜਾ, ਹਾਥੀ ਦੰਦ, ਲੱਕੜੀ ਦਾ ਸਮਾਨ, ਦਵਾਈਆਂ, ਗਰਮ ਮਸਾਲੇ, ਨੀਲ ਆਦਿ। ਮੌਰੀਆ ਕਾਲ ਵਿੱਚ ਕਿਹੜੀਆਂ ਵਸਤਾਂ ਦਾ ਆਯਾਤ ਕੀਤਾ ਜਾਂਦਾ ਸੀ? ਸੋਨਾ, ਚਾਂਦੀ, ਕੀਮਤੀ ਪੱਥਰ ਆਦਿ। ਚੰਦਰਗੁਪਤ ਮੌਰੀਆ ਦੁਆਰਾ ਬਣਾਇਆ ਗਿਆ ਕਿਹੜਾ ਮਹਿਲ ਦੁਨੀਆ ਭਰ ਵਿੱਚ ਪ੍ਰਸਿੱਧ ਹੈ? ਪਾਟਲੀਪੁੱਤਰ ਦਾ ਸ਼ਾਹੀ ਮਹਿਲ। ਕਿਹੜਾ ਵਿਦੇਸ਼ੀ ਯਾਤਰੀ ਸ਼ਾਹੀ ਮਹਿਲ ਦੀ ਸੁੰਦਰਤਾ ਦੇਖ ਕੇ ਹੈਰਾਨ ਹੋ ਗਿਆ? ਦੇਖੋ, ਇਸ ਮਹਿਲ ਦੇ ਬਣਨ ਤੋਂ 700 ਵਰ੍ਹਿਆਂ ਬਾਅਦ ਜਦੋਂ ਫਾਹੀਆਨ ਜਿਹੜਾ ਸੀ ਭਾਰਤ ਆਇਆ ਤਾਂ ਉਹ ਮਹਿਲ ਦੀ ਸੁੰਦਰਤਾ ਦੇਖ ਕੇ ਹੈਰਾਨ ਰਹਿ ਗਿਆ। ਅਸ਼ੋਕ ਤੋਂ ਪਹਿਲਾਂ ਇਮਾਰਤਾਂ ਕਿਸ ਚੀਜ਼ ਦੀਆਂ ਬਣਾਈਆਂ ਜਾਂਦੀਆਂ ਸਨ? ਲੱਕੜੀ ਦੀਆਂ। ਅਸ਼ੋਕ ਨੇ ਲੱਕੜੀ ਦੀ ਥਾਂ ਕਿਸ ਦੀ ਵਰਤੋਂ ਕਰਨੀ ਸ਼ੁਰੂ ਕੀਤੀ? ਪੱਥਰਾਂ ਦੀ। ਅਸ਼ੋਕ ਨੇ ਕਸ਼ਮੀਰ ਵਿੱਚ ਕਿਹੜਾ ਸ਼ਹਿਰ ਬਣਾਇਆ? ਸ਼੍ਰੀਨਗਰ। ਅਸ਼ੋਕ ਨੇ ਨੇਪਾਲ ਵਿੱਚ ਕਿਹੜਾ ਸ਼ਹਿਰ ਬਣਾਇਆ? ਲਲਿਤਾਪਟਨਮ। ਅਸ਼ੋਕ ਨੇ ਆਪਣੀ ਰਾਜਧਾਨੀ ਪਾਟਲੀਪੁੱਤਰ ਨੂੰ ਦਿਲ ਖਿੱਚਵਾਂ ਕਿਵੇਂ ਬਣਾਇਆ? ਬਾਗਾਂ, ਫੁਹਾਰਿਆਂ ਅਤੇ ਝੀਲਾਂ ਦੇ ਨਾਲ। ਸਾਰਨਾਥ ਦਾ ਸਤੰਭ ਕਿੱਥੇ ਸਥਿਤ ਹੈ? ਉੱਤਰ ਪ੍ਰਦੇਸ਼ ਵਿੱਚ। ਭਾਰਤ ਸਰਕਾਰ ਨੇ ਆਪਣੇ ਸਿੱਕਿਆਂ ਉੱਤੇ ਕਿਹੜੇ ਚਿੰਨ੍ਹ ਨੂੰ ਅੰਕਿਤ ਕੀਤਾ ਹੈ? ਸਾਰਨਾਥ ਦੇ ਸਥਾਨ ਉੱਤੇ ਬਣੇ ਸ਼ੇਰ ਅਤੇ ਚਿੰਨ੍ਹ ਨੂੰ। ਠੀਕ ਆ, ਸ਼ੇਰ ਦਾ ਜਿਹੜਾ ਚਿੰਨ੍ਹ ਬਣਿਆ ਹੋਇਆ ਸਾਰਨਾਥ 'ਤੇ ਉਸ ਨੂੰ। ਕਿਹੜਾ ਸਤੰਭ ਆਪਣੀ ਉੱਤਮ ਕਲਾ ਲਈ ਪ੍ਰਸਿੱਧ ਹੈ? ਲੋਰੀਆ ਨੰਦਨਗੜ੍ਹ ਬਿਹਾਰ ਦਾ ਸਤੰਭ। ਲੋਰੀਆ ਨੰਦਨਗੜ੍ਹ ਬਿਹਾਰ ਦੇ ਸਤੰਭ ਦੇ ਸਿਰੇ 'ਤੇ ਕਿਸ ਦੀ ਮੂਰਤੀ ਬਣੀ ਹੈ? ਸ਼ੇਰ ਦੀ।
ਮੌਰੀਆ ਕਾਲ ਵਿੱਚ ਸੋਨੇ ਦੇ ਸਿੱਕੇ ਨੂੰ ਕੀ ਆਖਦੇ ਸਨ? ਸਵਰਨ। ਮੌਰੀਆ ਕਾਲ ਵਿੱਚ ਚਾਂਦੀ ਦੇ ਸਿੱਕੇ ਨੂੰ ਕੀ ਆਖਦੇ ਸਨ? ਪਣ। ਮੌਰੀਆ ਕਾਲ ਵਿੱਚ ਤਾਂਬੇ ਦੇ ਸਿੱਕੇ ਨੂੰ ਕੀ ਆਖਦੇ ਸਨ? ਮਾਸਕ। ਮੌਰੀਆ ਕਾਲ ਦੇ ਸਿੱਕਿਆਂ ਉੱਤੇ ਕਿਹੜੇ ਸੰਕੇਤਕ ਚਿੰਨ੍ਹ ਮਿਲਦੇ ਹਨ? ਮਨੁੱਖ, ਜਾਨਵਰਾਂ, ਸੂਰਜ, ਚੰਦ, ਪਹਾੜਾਂ ਅਤੇ ਰੁੱਖਾਂ ਦੇ। ਸਿੱਕਿਆਂ ਉੱਤੇ ਚਿੰਨ੍ਹ ਕਿਵੇਂ ਬਣਾਏ ਜਾਂਦੇ ਸਨ? ਠੱਪਿਆਂ ਦੁਆਰਾ। ਕੌਟਲਿਆ ਨੇ ਕਿਹੜੀ ਪੁਸਤਕ ਦੀ ਰਚਨਾ ਕੀਤੀ? ਅਰਥ ਸ਼ਾਸਤਰ ਦੀ। ਕਥਾ ਵਸਤੂ ਦੀ ਰਚਨਾ ਕਿਸਨੇ ਕੀਤੀ? ਮੋਗਲੀ ਪੁੱਤ ਤਿਸ਼ਸ ਨੇ। ਕਲਪਸੂਤਰ ਦੀ ਰਚਨਾ ਕਿਸਨੇ ਕੀਤੀ? ਜਿਹੜਾ ਕਲਪਸੂਤਰ ਆ ਇਹਦੀ ਰਚਨਾ ਕੀਤੀ ਆ ਭਦਰਵਾਹੂ ਨੇ। ਮੌਰੀਆ ਕਾਲ ਵਿੱਚ ਕਿਹੜੀ ਭਾਸ਼ਾ ਦਾ ਕਾਫੀ ਵਿਕਾਸ ਹੋਇਆ? ਪ੍ਰਾਕ੍ਰਿਤ ਭਾਸ਼ਾ ਦਾ। ਮੌਰੀਆ ਕਾਲ ਵਿੱਚ ਕਿਹੜੇ ਵਿਸ਼ੇ ਪੜ੍ਹਾਏ ਜਾਂਦੇ ਸਨ? ਵਿਗਿਆਨ, ਚਿਕਿਤਸਾ, ਰਾਜਨੀਤੀ, ਜੋਤਿਸ਼ ਸ਼ਾਸਤਰ, ਵਿਆਕਰਨ, ਗਣਿਤ ਆਦਿ ਵਿਸ਼ੇ ਜਿਹੜੇ ਸੀ ਪੜ੍ਹਾਏ ਜਾਂਦੇ ਸੀ। ਅਸ਼ੋਕ ਦੀ ਮੌਤ ਤੋਂ ਮਗਰੋਂ ਕਸ਼ਮੀਰ ਦੀ ਸੁਤੰਤਰਤਾ ਦਾ ਐਲਾਨ ਕਿਸਨੇ ਕੀਤਾ? ਜਾਲੋਕ ਨੇ। ਅਸ਼ੋਕ ਦੀ ਮੌਤ ਤੋਂ ਮਗਰੋਂ ਗੰਧਾਰ ਵਿੱਚ ਕਿਸਨੇ ਸੁਤੰਤਰਤਾ ਦਾ ਐਲਾਨ ਕੀਤਾ? ਵੀਰਸੈਨ ਨੇ। ਮੌਰੀਆ ਦਾ ਅੰਤਮ ਸ਼ਾਸਕ ਕੌਣ ਸੀ? ਬ੍ਰਿਧਰਥ। ਬ੍ਰਿਧਰਥ ਦਾ ਕਤਲ ਕਿਸਨੇ ਕੀਤਾ? 184 ਈਸਵੀ ਪੂਰਵ ਦੇ ਵਿੱਚ ਪੁਸ਼ਯਾਮਿੱਤਰ ਸੁੰਗ ਨੇ। ਪੁਸ਼ਯਾਮਿੱਤਰ ਸੁੰਗ ਕੌਣ ਸੀ? ਮੌਰੀਆ ਸ਼ਾਸਕ ਬ੍ਰਿਧਰਥ ਦਾ ਸੈਨਾਪਤੀ ਸੀ। ਮੌਰੀਆ ਸਾਮਰਾਜ ਦਾ ਸਰਵਉੱਚ ਅਧਿਕਾਰੀ ਕੌਣ ਹੁੰਦਾ ਸੀ? ਰਾਜਾ। ਮੌਰੀਆ ਕਾਲ ਵਿੱਚ ਰਾਜੇ ਕੋਲ ਕਿਹੜੀਆਂ ਸ਼ਕਤੀਆਂ ਸਨ? ਉਸ ਦੇ ਮੁੱਖ ਵਿੱਚੋਂ ਨਿਕਲਿਆ ਹਰ ਸ਼ਬਦ ਜਿਹੜਾ ਸੀ ਕਾਨੂੰਨ ਸਮਝਿਆ ਜਾਂਦਾ ਸੀਗਾ। ਸਾਰੇ ਮਹੱਤਵਪੂਰਨ ਅਹੁਦਿਆਂ 'ਤੇ ਨਿਯੁਕਤੀ ਕਰਦਾ ਸੀ ਜਿਹੜਾ ਉਹ ਰਾਜਾ ਹੀ ਕਰਦਾ ਸੀਗਾ। ਸਾਰੀਆਂ ਸੈਨਾਵਾਂ ਦਾ ਸਰਵਉੱਚ ਸੈਨਾਪਤੀ ਸੀਗਾ ਰਾਜਾ, ਅਤੇ ਵਿਦੇਸ਼ਾਂ ਨਾਲ ਯੁੱਧ ਜਾਂ ਸੰਧੀ ਦੀ ਘੋਸ਼ਣਾ ਵੀ ਰਾਜਾ ਕਰਦਾ ਸੀ। ਪਰਜਾ 'ਤੇ ਨਵੇਂ ਕਰ ਲਗਾਉਣਾ ਜਾਂ ਹਟਾਉਣ ਦਾ ਅਧਿਕਾਰ ਵੀ ਰਾਜੇ ਕੋਲ ਹੁੰਦਾ ਸੀਗਾ। ਮੌਰੀਆ ਸਾਮਰਾਜ ਦੇ ਸ਼ਾਸਨ ਦੀ ਸਹੂਲਤ ਲਈ ਕਿਸ ਦਾ ਗਠਨ ਕੀਤਾ ਗਿਆ ਸੀ? ਮੰਤਰੀ ਪਰਿਸ਼ਦ ਦਾ। ਮੰਤਰੀ ਦੇ ਅਹੁਦੇ 'ਤੇ ਕਿਹੜੇ ਵਿਅਕਤੀਆਂ ਨੂੰ ਨਿਯੁਕਤ ਕੀਤਾ ਜਾਂਦਾ ਸੀ? ਯੋਗ ਅਤੇ ਇਮਾਨਦਾਰ ਵਿਅਕਤੀਆਂ ਨੂੰ। ਰਾਜਾ ਨੂੰ ਸਲਾਹ ਦੇਣ ਦਾ ਕੰਮ ਕਿਹੜਾ ਮੰਤਰੀ ਕਰਦਾ ਸੀ? ਪ੍ਰਧਾਨ ਮੰਤਰੀ। ਪ੍ਰਸ਼ਾਸਨ ਨਾਲ ਸੰਬੰਧਿਤ ਸਾਰੇ ਵਿਭਾਗਾਂ ਦੀ ਦੇਖਭਾਲ ਕੌਣ ਕਰਦਾ ਸੀ? ਪ੍ਰਧਾਨ ਮੰਤਰੀ। ਧਾਰਮਿਕ ਮਾਮਲਿਆਂ ਵਿੱਚ ਸਮਰਾਟ ਨੂੰ ਮਸ਼ਵਰਾ ਕੌਣ ਦਿੰਦਾ ਸੀ? ਪੁਰੋਹਿਤ। ਮੌਰੀਆ ਕਾਲ ਵਿੱਚ ਸੈਨਾ ਦਾ ਮੁਖੀ ਕੌਣ ਹੁੰਦਾ ਸੀ? ਸੈਨਾਪਤੀ। ਸੈਨਾਪਤੀ ਕੀ ਕੰਮ ਕਰਦਾ ਸੀ? ਸਮਰਾਟ ਨੂੰ ਯੁੱਧ ਅਤੇ ਸੰਧੀ ਸੰਬੰਧੀ ਜ਼ਰੂਰੀ ਸਲਾਹ ਦਿੰਦਾ ਸੀ। ਮੌਰੀਆ ਕਾਲ ਵਿੱਚ ਨਿਆਂ ਅਤੇ ਪ੍ਰਸ਼ਾਸਕੀ ਮੰਤਰੀ ਨੂੰ ਕੀ ਕਿਹਾ ਜਾਂਦਾ ਸੀ? ਅਮਾਤਿਆ। ਕਾਰਖਾਨਿਆਂ ਦੀ ਦੇਖਭਾਲ ਕਿਹੜਾ ਮੰਤਰੀ ਕਰਦਾ ਸੀ? ਕਰਮੰਤਿਕ। ਗ੍ਰਹਿ ਮੰਤਰੀ ਨੂੰ ਕੀ ਕਿਹਾ ਜਾਂਦਾ ਸੀ? ਦਵਾਰਿਕ। ਮੌਰੀਆ ਕਾਲ ਵਿੱਚ ਉੱਚ ਅਧਿਕਾਰੀਆਂ ਨੂੰ ਕੀ ਕਹਿੰਦੇ ਸਨ? ਤੀਰਥ। ਚੰਦਰਗੁਪਤ ਮੌਰੀਆ ਨੇ ਆਪਣੇ ਸਾਮਰਾਜ ਨੂੰ ਕਿਹੜੇ 4 ਭਾਗਾਂ ਵਿੱਚ ਵੰਡਿਆ ਹੋਇਆ ਸੀ? ਮਗਧ ਪ੍ਰਾਂਤ, ਉੱਤਰ ਪੱਛਮੀ ਪ੍ਰਾਂਤ, ਪੱਛਮੀ ਪ੍ਰਾਂਤ ਅਤੇ ਦੱਖਣੀ ਪ੍ਰਾਂਤ। ਮਗਧ ਪ੍ਰਾਂਤ ਦੀ ਰਾਜਧਾਨੀ ਕੀ ਸੀ? ਪਾਟਲੀਪੁੱਤਰ। ਉੱਤਰ ਪੱਛਮੀ ਪ੍ਰਾਂਤ ਦੀ ਰਾਜਧਾਨੀ ਕੀ ਸੀ? ਤਕਸ਼ਿਲਾ। ਪੱਛਮੀ ਪ੍ਰਾਂਤ ਦੀ ਰਾਜਧਾਨੀ ਕੀ ਸੀ? ਉਜੈਨ। ਦੱਖਣੀ ਪ੍ਰਾਂਤ ਦੀ ਰਾਜਧਾਨੀ ਕੀ ਸੀ? ਸਵਰਨਗਿਰੀ। ਅਸ਼ੋਕ ਨੇ ਮੌਰੀਆ ਸਾਮਰਾਜ ਦਾ 5ਵਾਂ ਪ੍ਰਾਂਤ ਕਿਸ ਨੂੰ ਬਣਾਇਆ? ਕਲਿੰਗ ਨੂੰ। ਕਲਿੰਗ ਦੀ ਰਾਜਧਾਨੀ ਕਿਹੜੀ ਸੀ? ਤੋਸ਼ਾਲੀ। ਇਹ ਇੰਪੋਰਟੈਂਟ ਕੁਐਸਚਨ ਨੇ, ਰਾਜਧਾਨੀਆਂ ਸਾਰੀਆਂ ਚੰਗੀ ਤਰ੍ਹਾਂ ਯਾਦ ਕਰ ਲੈਣੀਆਂ ਸਾਰਿਆਂ ਨੇ। ਪ੍ਰਾਂਤ ਦੇ ਮੁਖੀ ਨੂੰ ਕੀ ਕਿਹਾ ਜਾਂਦਾ ਸੀ? ਕੁਮਾਰ। ਪ੍ਰਾਂਤ ਦੇ ਅਹੁਦੇ 'ਤੇ ਆਮ ਕਰਕੇ ਕਿਸ ਨੂੰ ਨਿਯੁਕਤ ਕੀਤਾ ਜਾਂਦਾ ਸੀ? ਰਾਜਕੁਮਾਰਾਂ ਨੂੰ। ਮੌਰੀਆ ਕਾਲ ਵਿੱਚ ਜ਼ਿਲ੍ਹਿਆਂ ਨੂੰ ਕੀ ਕਿਹਾ ਜਾਂਦਾ ਸੀ? ਜਨਪਦ। ਜਨਪਦ ਦਾ ਮੁਖੀ ਕੌਣ ਹੁੰਦਾ ਸੀ? ਪ੍ਰਦੇਸ਼ਕ। ਪ੍ਰਦੇਸ਼ਕ ਦੀ ਸਹਾਇਤਾ ਲਈ ਕਿਹੜੇ ਅਧਿਕਾਰੀ ਨਿਯੁਕਤ ਕੀਤੇ ਜਾਂਦੇ ਸਨ? ਰਾਜੁਕ ਅਤੇ ਯੁਕਤ। ਰਾਜੁਕ ਦਾ ਕੰਮ ਕੀ ਹੁੰਦਾ ਸੀ? ਖੇਤੀ ਅਧੀਨ ਭੂਮੀ ਦਾ ਸਰਵੇਖਣ ਕਰਕੇ ਉਸ ਦਾ ਲਗਾਨ ਨਿਸ਼ਚਿਤ ਕਰਨਾ। ਯੁਕਤ ਦਾ ਕੰਮ ਕੀ ਹੁੰਦਾ ਸੀ? ਯੁਕਤ ਲੇਖਾ ਅਧਿਕਾਰੀ ਵਜੋਂ ਕੰਮ ਕਰਦਾ ਸੀਗਾ। ਮੌਰੀਆ ਕਾਲ ਦੇ 3 ਵੱਡੇ ਨਗਰ ਕਿਹੜੇ ਸਨ? ਪਾਟਲੀਪੁੱਤਰ, ਤਕਸ਼ਿਲਾ ਅਤੇ ਉਜੈਨ। ਨਗਰ ਦੇ ਮੁਖੀ ਨੂੰ ਕੀ ਕਹਿੰਦੇ ਸਨ? ਨਗਰ ਅਧਿਅਕਸ਼। ਇਸ ਦੇ ਨਾਲ ਹੀ ਮੇਰੀ ਅੱਜ ਦੀ ਜਿਹੜੀ ਵੀਡੀਓ ਆ ਖ਼ਤਮ ਹੁੰਦੀ ਆ। ਆਈ ਹੋਪ ਕਿ ਤੁਹਾਨੂੰ ਇਹ ਲੈਸਨ ਪਸੰਦ ਆਇਆ ਹੋਊਗਾ। ਜੇ ਪਸੰਦ ਆਇਆ ਤਾਂ ਇਸ ਵੀਡੀਓ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਹਾਈ ਫਾਈ GK ਗੁਰੂ ਜੀ ਨੂੰ ਸਬਸਕ੍ਰਾਈਬ ਕਰੋ। ਥੈਂਕ ਯੂ। ਮਿਲਦੇ ਹਾਂ ਨੈਕਸਟ ਵੀਡੀਓ 'ਚ।